ਚਰਨਜੀਤ ਸਿੰਘ ਚੰਨੀ ਚੀਫ ਮਿਨਿਸਟਰ ਬਣ ਗਏ। ਚੀਫ ਮਿਨਿਸਟਰ ਬਣ ਗਏ, ਵਿਚਾਰੇ ਦੇ ਲੱਤ ਨਹੀਂ ਇੱਥੇ ਲੱਗਣ ਦਿੱਤੀ। ਅਗਲੇ ਦਿਨ ਕਹਿੰਦੇ ਇੱਥੇ ਆ ਜਾਓ, ਮੰਤਰੀਆਂ ਦਾ ਡਿਸਾਈਡ ਕਰਨਾ। ਉਹ ਮੰਤਰੀਆਂ ਦਾ ਫਿਰ ਵੀ ਡਿਸਾਈਡ ਹੋ ਗਿਆ, ਫਿਰ ਆ ਗਿਆ ਵਾਪਸ। ਫਿਰ ਅਜੇ ਆਇਆ ਹੀ ਹੈ ਪਿੱਛੇ 12:30 ਵਜੇ ਫਿਰ ਫੋਨ ਆ ਜਾਂਦਾ ਵੀ ਨਹੀਂ ਦੁਬਾਰਾ ਆਓ, ਅਜੇ ਰੌਲਾ ਪੈ ਗਿਆ ਹੋਰ, ਆਪਾਂ ਫਿਰ ਇਹ ਕਰਨਾ। ਤੇ ਉਹ ਬਾਰ-ਬਾਰ ਉੱਥੇ ਜਿਹੜੀਆਂ ਬਾਂਦਰ ਟਪੂਸੀਆਂ ਲਵਾ ਰਹੇ ਹੋ ਤੁਸੀਂ, ਕੀ ਦਰਸਾ ਰਹੇ ਹੋ? ਇਹ ਦਰਸਾ ਰਹੇ ਹੋ ਕਿ ਤਾਕਤ ਉੱਥੇ ਹੈ, ਤਾਕਤ ਇੱਥੇ ਨਹੀਂ ਆ, ਦਿੱਲੀ 'ਚ ਹੈ ਜਾਂ ਗਾਂਧੀ ਪਰਿਵਾਰ ਕੋਲ ਹੈ ਜਾਂ ਜਿਹਦੇ ਕੋਲ ਵੀ ਤੁਸੀਂ ਲੈ ਕੇ ਚੱਲਦੇ ਹੋ ਉੱਥੇ ਹੈ। ਤੁਸੀਂ ਚੀਫ ਮਿਨਿਸਟਰ ਦਾ ਤਾਂ ਖਿਡੌਣਾ ਬਣਾਤਾ। ਔਰ ਜਿਹੜੇ ਤੁਸੀਂ ਚੀਜ਼ਾਂ ਕਰਦੇ ਹੋ, ਜੇ ਚੀਫ ਮਿਨਿਸਟਰ ਤੇ ਅਸਲਟ ਨਹੀਂ ਕਰਦੀ ਟੋਟਲ ਦੀ ਟੋਟਲ ਕਾਂਗਰਸ ਜਿਹੜੀ ਬੈਠੀ ਹੈ, ਚਾਹੇ ਚਿਹਰਾ ਕੋਈ ਵੀ ਬਣਨਾ ਚਾਹੁੰਦਾ ਹੋਵੇ, ਜੇ ਉਹ ਜ਼ੁਬਾਨ ਨਹੀਂ ਨਿਕਲਦੀ ਆਪਣੀ ਹਾਈ ਕਮਾਂਡ ਦੇ ਸਾਹਮਣੇ, ਤਾਂ ਉਹ ਪੰਜਾਬ ਦੇ ਏਜੰਡੇ ਤੇ ਖੜ ਕੇ ਗੱਲ ਕਿਵੇਂ ਕਰ ਸਕਦਾ? ਮਲੂਕੇ ਨੇ ਕੀ ਕਿਹਾ ਟੀਵੀ ਚੈਨਲਾਂ ਵਾਲੇ? ਉਹਨੇ ਗੁੱਸੇ 'ਚ ਬੰਦੇ ਤੋਂ ਕਈ ਵਾਰ ਸੱਚਾਈ ਨਿਕਲਦੀ ਹੈ ਵੀ ਸੁਖਬੀਰ ਤੇ ਬਾਦਲ ਵੱਡੇ ਬਾਦਲ ਸਾਹਿਬ ਦੇ ਕਾਰਗੁਜ਼ਾਰੀ 'ਚ ਬੜਾ ਫਰਕ ਹੈ। ਕਾਰਗੁਜ਼ਾਰੀ 'ਚ ਇਹ ਫਰਕ ਹੈ ਵੀ ਉਹ ਸਭ ਦੀ ਸਾਡੀ ਰਾਏ ਲੈ ਲੈਂਦੇ ਸੀ, ਸੀਨੀਅਰ ਬੰਦਿਆਂ ਦੀ। ਹੁਣ ਤਾਂ ਕਹਿੰਦਾ ਚਾਹੇ ਕੋਰ ਕਮੇਟੀ ਵੀ ਹੋਵੇ, ਉਹਦੇ 'ਚ ਕੈਂਡੀਡੇਟ ਕਿਹਨੂੰ ਬਣਾਉਣਾ ਕਦੇ ਚਰਚਾ ਹੀ ਨਹੀਂ ਹੁੰਦੀ, ਇਕੱਲਾ ਸੁਖਬੀਰ ਆਪਣੇ ਮਨ ਨਾਲ ਕਰਦਾ। ਇਹਦੇ ਤੋਂ ਕੀ ਮੈਸੇਜ ਲਾਇਆ? ਇੱਕ ਬੰਦੇ ਦੀ ਪਾਰਟੀ ਹੈ, ਇੱਕ ਬੰਦਾ ਡਿਕਟੇਟਰ ਹੈ, ਤੇ ਬਾਕੀ ਦੀ ਪਾਰਟੀ ਕੇਵਲ ਆਪਣੇ ਛੋਟੇ ਛੋਟੇ ਗੇਮ ਦੇ ਲਈ ਉਹਦੇ ਆਲੇ ਦੁਆਲੇ ਫਿਰਦੀ ਹੈ। ਕਿਸੇ 'ਚ ਜ਼ਰੂਰਤ ਨਹੀਂ ਕਹਿਣ ਦੀ ਕਿ ਡੈਮੋਕ੍ਰੇਸੀ ਕਿੱਥੇ ਹੈ। ਉਹ ਕਹਿੰਦੇ ਨੇ ਕੇਜਰੀਵਾਲ ਦਾ ਵਾਅਦਾ ਪੰਜਾਬੀਆਂ ਨਾਲ 300 ਯੂਨਿਟ ਵਿੱਚ। ਕੇਜਰੀਵਾਲ ਕੌਣ ਹੈ ਜੀ? ਪੰਜਾਬੀਆਂ ਦਾ ਵਾਅਦਾ। ਪੰਜਾਬ 'ਚੋਂ ਕੋਈ ਆਗੂ ਨਹੀਂ ਪੰਜਾਬੀਆਂ ਦਾ ਵਾਅਦਾ ਕਰੇ। ਇਹਦਾ ਮਤਲਬ ਅਗਲੀ ਜਿਹੜੀ ਸਰਕਾਰ ਹੋਏਗੀ, ਉਹਦਾ ਜਿਹੜਾ ਚੀਫ ਮਿਨਿਸਟਰ ਬਣੇਗਾ, ਉਹਦੇ ਜਿਹੜੇ ਮਿਨਿਸਟਰ ਬਣਨਗੇ, ਉਹਨਾਂ ਦਾ ਵਾਅਦਾ ਨਹੀਂ ਪੰਜਾਬੀਆਂ ਦੇ ਨਾਲ। ਵਾਅਦਾ ਜਿਹਦੇ ਕੋਲ ਤਾਕਤ ਹੈ, ਡੋਰ ਹੈ ਉੱਪਰ ਕੇਜਰੀਵਾਲ ਦੇ ਕੋਲ, ਉਹ ਲਈ ਬੈਠਾ ਵਾਅਦਾ। ਤਾਂ ਇਹਨਾਂ ਤੋਂ ਕੀ ਉਮੀਦ ਹੈ? ਤਾਂ ਫਿਰ ਕਹਿ ਦੇਣਗੇ ਵੀ ਸਾਡੇ ਤਾਂ ਹੁਣ ਚੱਲਦੀ ਨਹੀਂ, ਅਸੀਂ ਕੀ ਕਰੀਏ? ਇਹ ਚਰਿੱਤਰ ਇਹੋ ਜਿਹਾ ਬਣ ਗਿਆ ਕਿ ਇਹ ਪਾਰਟੀਆਂ ਕੋਲੇ ਹਾਈ ਕਮਾਂਡ ਕਲਚਰ, ਕਿਸੇ ਦਾ ਦਿੱਲੀ 'ਚ ਹੈ, ਕਿਸੇ ਦਾ ਚੰਡੀਗੜ੍ਹ ਹੈ, ਉਹ ਰਾਜ ਕਰ ਰਿਹਾ ਹੈ। ਉਹ ਲੋਕਾਂ ਨੂੰ ਕਹਿ ਰਿਹਾ ਹੈ ਕਿ ਅਸੀਂ ਜਮਹੂਰੀਅਤ ਦਿਆਂਗੇ, ਅਸੀਂ ਤੁਹਾਡੇ ਬਾਰੇ ਨਿਆਰੇ ਕਰਾਂਗੇ, ਅਸੀਂ ਤੁਹਾਨੂੰ ਇਹ ਦੇ ਸਕਦੇ। ਜਿਹੜੇ ਆਪਣੀ ਲੜਾਈ ਲੜਨ ਦੇ ਸਮਰੱਥ ਨਹੀਂ ਹੈ, ਜਿਹੜੇ ਆਪਣੀ ਪਾਰਟੀ 'ਚ ਜਮਹੂਰੀਅਤ ਲਾਗੂ ਕਰਾਉਣ ਦੇ ਸਮਰੱਥ ਨਹੀਂ ਹੈ, ਉਹ ਆਗੂ ਕਰਿੰਦੇ ਦੇ ਤੌਰ ਤੇ ਵਿਚਰ ਰਹੇ ਨੇ, ਉਹ ਲੀਡਰ ਦੇ ਤੌਰ ਤੇ ਵਿਚਰ ਹੀ ਨਹੀਂ ਰਹੇ, ਆਪਣੀ ਗੱਲ ਕਹਿਣ 'ਚ ਵੀ ਝਿਜਕ ਮਹਿਸੂਸ ਕਰਦੇ ਨੇ। ਤਾਂ ਉਹ ਆਗੂ ਪੰਜਾਬ ਦਾ ਪਾਰਨਤਾਰਾ ਕਿਵੇਂ ਕਰ ਸਕਦੇ ਨੇ? ਕਿ ਜਾਂ ਇਹ ਚਾਰੇ ਪਾਰਟੀ, ਚਾਰੇ ਗਰੁੱਪ, ਚਾਹੇ ਦੋ ਦਾ ਅਲਾਇੰਸ ਹੈ ਤੇ ਚਾਰੇ ਪਾਰਟੀ ਅੱਜ ਪੰਜਾਬ ਦੇ ਲੋਕਾਂ 'ਚ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਸਕਦੇ ਨੇ ਕਿ ਸਾਡਾ ਜਿਹੜਾ ਭਵਿੱਖ ਹੈ, ਅਸੀਂ ਕਾਰਪੋਰੇਟ ਵਿਕਾਸ ਦੇ ਮਾਡਲ ਨੂੰ ਚੁਣੌਤੀ ਦਿੰਦੇ ਹਾਂ, ਅਸੀਂ ਨਵੇਂ ਮਾਡਲ ਦੇ ਪੱਖ ਦੇ ਵਿੱਚ ਹਾਂ ਜਿਹੜਾ ਪੰਜਾਬ ਤੇ ਦੇਸ਼ ਦੀ ਮਿੱਟੀ 'ਚ ਉੱਭਰੇਗਾ, ਅਸੀਂ ਕਾਰਪੋਰੇਟ ਮਾਡਲ ਦੇ ਧੁਰ ਵਿਰੋਧੀ ਹਾਂ। ਇਹਨਾਂ 'ਚ ਹਿੰਮਤ ਹੈ ਕਿਸੇ ਵੀ ਪਾਰਟੀ 'ਚ ਇਹ ਕਹਿਣ? ਹੈਲਥ ਉਹਨਾਂ ਕੋਲ ਚਲਾ ਗਿਆ, ਐਜੂਕੇਸ਼ਨ ਚਲੀ ਗਈ, ਸਾਰਾ ਕੁਝ ਹੀ ਕੇਂਦਰ ਸਰਕਾਰ ਲੈ ਗਈ ਆ। ਫਿਰ ਸਾਡੀਆਂ ਜੋ ਖੇਤਰੀ ਪਾਰਟੀਆਂ ਕਹਿੰਦੀਆਂ ਨੇ ਵਿਰੋਧ ਕਿਉਂ ਨਹੀਂ ਕੀਤਾ ਉਸ ਸਮੇਂ? ਹਾਂ, ਇਹੀ ਤਾਂ ਵੱਡਾ ਸਵਾਲ ਹੈ। ਜਿਹੜੀਆਂ ਸਾਡੇ ਕੋਲ ਚਾਰ ਧਿਰਾਂ ਨੇ ਹੁਣ ਵੱਡੀਆਂ, ਮੰਨ ਇੱਕ ਬੀਜੇਪੀ ਲਾ ਲਓ, ਚਲੋ ਦੇਸ਼ ਵਿੱਚ ਵੀ ਹੈ, ਇੱਥੇ ਵੀ ਇੱਕ ਗਰੁੱਪ ਹੈਗਾ ਹੀ ਹੈ। ਤਾਂ ਕਾਂਗਰਸ ਲਾ ਲਓ, ਅਕਾਲੀ ਲਾ ਲਓ, ਅਕਾਲੀ ਬੀਐਸਪੀ ਗੱਠਜੋੜ ਹੋ ਗਿਆ ਜਿਹੜਾ ਵੀ ਸਾਡੇ ਸਾਹਮਣੇ, ਇੱਕ ਆਮ ਆਦਮੀ ਪਾਰਟੀ। ਇਹ ਜਿਹੜੇ ਮੈਂ ਕਾਨੂੰਨ ਗਣਾਏ ਨੇ, ਜਿਹੜੇ ਕੇਂਦਰ ਨੇ ਬਣਾਏ, 370 ਧਾਰਾ ਦੇ ਪੱਖ ਦੇ ਵਿੱਚ ਕਿਸੇ ਨੇ ਇਹਨਾਂ 'ਚ ਉਹਦੇ ਖਿਲਾਫ ਵੋਟ ਪਾਈ। ਨਾਗਰਿਕ ਸੋਧ ਬਿੱਲ ਬਣਾਇਆ, ਕਿਸੇ ਨੇ ਇਹਨਾਂ 'ਚ ਉਹਦੇ ਖਿਲਾਫ ਵੋਟ ਪਾਈ। UAPA ਤੇ NIA ਅਮੈਂਡ ਕੀਤਾ, ਕਿਸੇ ਨੇ ਇਹਨਾਂ ਨੇ ਉਹਦੇ ਖਿਲਾਫ ਵੋਟ ਪਾਈ। ਜੇ ਤੁਸੀਂ ਅੱਜ ਤੱਕ ਉਸੇ ਦੇ ਨਾਲ ਸੀਟੀ ਰਲਦੀ ਹੈ ਤੁਹਾਡੀ ਮੋਦੀ ਨਾਲ, ਕੇਂਦਰ ਸਰਕਾਰ ਨਾਲ, ਤਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੀ ਨਕਸ਼ਾ ਦਿਖਾ ਰਹੇ ਹੋ ਕਿ ਮੈਨੂੰ ਲਿਆਓ ਮੈਂ ਤੁਹਾਡਾ ਬਦਲ ਦੂੰ? ਕਿਉਂਕਿ ਚੋਣਾਂ ਹੁਣ ਮੈਨੇਜਮੈਂਟ ਬਣਾ ਦਿੱਤੀਆਂ ਗਈਆਂ ਨੇ, ਇੱਕ ਮੈਕੈਨਿਜ਼ਮ ਬਣ ਗਿਆ। ਉਹ ਮੈਨੇਜਮੈਂਟ ਲਈ ਫਿਰ ਪ੍ਰਸ਼ਾਂਤ ਕਿਸ਼ੋਰ ਆਉਂਦਾ, ਉਹ ਮੈਨੇਜਮੈਂਟ ਲਈ ਉਹੋ ਜਿਹੇ ਬੰਦੇ ਆਉਂਦੇ ਨੇ। ਹੁਣ ਪੋਲੀਟਿਕਸ ਦੇ ਆਧਾਰ ਤੇ ਚੋਣ ਥੋੜ੍ਹੀ ਲੜੀ ਜਾ ਰਹੀ ਹੈ ਕਿ ਮੇਰਾ ਇਹ ਮੁੱਦਾ ਤੇ ਮੈਂ ਇਹਨੂੰ ਕਰੂੰਗਾ, ਮੈਂ ਲੋਕਾਂ 'ਚ ਜਾ ਕੇ ਅਪੀਲ ਕਰਦਾ। ਕਰੋੜਾਂ ਰੁਪਏ ਤੇ ਹਾਇਰ ਕੀਤੇ ਗਏ ਏਜੰਟ ਨੇ, ਜਿਹੜੇ ਏਜੰਟ ਦੱਸਦੇ ਨੇ ਕਿ ਲੋਕਾਂ ਨੂੰ ਠੱਗੀ ਕਿਵੇਂ ਲਾਉਣੀ ਹੈ, ਮੈਨੇਜਮੈਂਟ ਕਿਵੇਂ ਕਰਨੀ ਹੈ। ਤੇ ਇਹਦੇ 'ਚ ਇੱਕ ਸਵਾਲ ਹੋਰ ਹੈ ਕਿ ਇਹਨਾਂ 'ਚੋਂ ਕੋਈ ਕਹਿ ਸਕਦਾ ਕਿ ਅਸੀਂ ਪਾਕਿਸਤਾਨ ਨਾਲ ਦੋਸਤੀ ਚਾਹੁੰਦੇ, ਲੜਾਈ ਨਹੀਂ ਚਾਹੁੰਦੇ? ਜੋਤ ਸਿੱਧੂ ਇਹੀ ਤਾਂ ਕਹਿੰਦੇ ਨੇ। ਨਹੀਂ, ਜਦੋਂ ਚਾਹੁੰਦੇ, ਨਵਜੋਤ ਸਿੱਧੂ ਕਹਿੰਦਾ ਨਾ ਪਾਰਟੀ ਤੋਂ ਕਹਾ ਕੇ ਦਿਖਾਏ। ਜਿੱਦਣ ਪਾਰਟੀ ਕਹੂਗੀ ਉਦੋਂ ਇੰਡੀਵਿਜੂਅਲ ਨੂੰ ਕੌਣ ਪੁੱਛਦਾ? ਨਵਜੋਤ ਅੱਜ ਹੈ, ਕੱਲ੍ਹ ਨੂੰ ਨਹੀਂ ਰਹੇਗਾ। ਤੇ ਤਾਂ ਹੁਣ ਵੀ ਸੁਣਿਆ ਕਿ ਚੰਨੀ ਨਾਲ ਨਾਰਾਜ਼ਗੀ ਸਟਾਰਟ ਹੋ ਗਈ ਹੈ ਕਿਉਂਕਿ ਲੱਗਣ ਲੱਗ ਗਿਆ ਕਿ ਗੜਬੜ ਹੋ ਸਕਦੀ। ਜੋਤ ਸਿੱਧੂ ਦੇ ਏਜੰਡੇ ਠੀਕ ਨੇ ਫਿਰ ਜੋ ਕਹਿੰਦੇ ਨੇ ਪਾਕਿਸਤਾਨ ਦੇ ਨਾਲ ਦੋਸਤੀ ਹੋਣੀ ਚਾਹੀਦੀ ਹੈ, ਵਪਾਰ ਹੋਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਦਾ ਏਜੰਡਾ ਠੀਕ ਹੈ, ਤੁਸੀਂ ਕਹਿ ਦਿਓ ਵੀ ਪਾਰਟੀ ਕਹਾ ਕੇ ਦਿਖਾਈ। ਜੇ ਪਾਰਟੀ ਨਹੀਂ ਕਹਿੰਦੀ, ਕੱਲ ਨਵਜੋਤ ਸਿੰਘ ਸਿੱਧੂ ਜਦੋਂ ਮੰਨ ਲਓ ਵੀ 2022 ਵਿੱਚ CM ਬਣ ਗਏ, ਉਹ ਕੰਮ ਕਰ ਲੈਣਗੇ ਜੋ ਕਹਿੰਦੇ ਪਏ ਨੇ ਅੱਜ? ਮਤਲਬ ਇਹ ਕੋਈ ਨਹੀਂ ਨਾ, ਕਿਸੇ ਇੰਡੀਵਿਜੂਅਲ ਆਦਮੀ ਦੀ ਪਾਰਟੀ ਤੋਂ ਜ਼ਿਆਦਾ, ਮੈਂ ਕਹਿੰਦਾ ਉਹ ਪ੍ਰਾਈਮ ਮਿਨਿਸਟਰ ਵੀ ਬਣ ਜਾਏ, ਉਹਦੀ ਵੀ ਕੋਈ ਔਕਾਤ ਨਹੀਂ ਹੈ। ਕੀ ਕਰ ਦੂਗਾ? ਜਾਂ ਤਾਂ ਬਦਲੇ ਪਾਰਟੀ ਦੀ ਮੁਹਾਂਦਰਾ, ਪਾਰਟੀ ਦੀ ਮਾਨਸਿਕਤਾ ਬਦਲੇ, ਪਾਰਟੀ ਉਹਦੇ ਮੁਤਾਬਕ ਚੱਲੇ। ਪਾਰਟੀ ਤਾਂ ਦਿੱਲੀ ਮੁਤਾਬਕ ਚੱਲਦੀ ਹੈ ਤੇ ਪਾਰਟੀ ਤਾਂ ਉਹ ਉੱਥੇ ਜਾ ਜਾ ਕੇ ਨਤਮਸਤਕ ਹੁੰਦੇ ਨੇ ਰੋਜ਼। ਅਮਰਿੰਦਰ ਸਿੰਘ ਨੂੰ ਕਿਵੇਂ ਲਾਇਆ? ਆਪਦੇ ਦਮ ਤੇ ਲਾਇਆ ਜਾਂ ਦਿੱਲੀ ਦੀ ਸ਼ਰਨ 'ਚ ਜਾ ਕੇ ਲਾਇਆ?
ਪਾਰਟੀ 'ਚ ਹਾਈ ਕਮਾਂਡ ਕਲਚਰ ਮਜ਼ਬੂਤ ਹੋਇਆ ਜਾਂ ਕਮਜ਼ੋਰ ਹੋਇਆ, ਤੁਹਾਨੂੰ ਵੀ ਕੋਈ ਪ੍ਰੋਬਲਮ ਨਹੀਂ। ਤੁਸੀਂ ਵੀ ਆ ਕੇ ਪੰਜਾਬ ਦੇ ਵਿੱਚ ਕੇਵਲ ਚੀਫ ਮਿਨਿਸਟਰ ਬਣਨ ਦਾ ਇੱਕ ਮਾਈਂਡ ਸੈੱਟ ਹੈ ਤਾਂ ਆ ਕੇ ਇਹ ਗੱਲ ਕਰ ਰਹੇ ਹੋ। ਜਦੋਂ ਬੀਜੇਪੀ ਐ ਜੇ ਹਿੰਦੂਤਵ ਪੋਲਿਟਿਕਸ ਤੇ ਚੱਲਦੀ ਸੀ, ਜਿਹਦੇ 'ਚ 3 ਵਾਰ ਮੈਂਬਰ ਪਾਰਲੀਮੈਂਟ ਰਹੇ ਹੋ, ਉਦੋਂ ਤਾਂ ਕੋਈ ਪਾਕਿਸਤਾਨ ਦੀ ਗੱਲ ਨਹੀਂ ਸੀ ਕਿ ਇਹਦੇ ਨਾਲ ਦੋਸਤੀ ਚਾਹੀਦੀ ਹੈ ਫਲਾਨਾ। ਉਦੋਂ ਬੀਜੇਪੀ ਦੀ ਟਰਮ ਸੀ, ਮੈਂ ਉਵੇਂ ਬੋਲੂੰਗਾ। ਤੇ ਜਦੋਂ ਆਮ ਆਦਮੀ ਪਾਰਟੀ ਆਉਂਦੇ ਉਹਦੇ ਨਾਲ ਜਿਹੜੇ ਬੰਦੇ ਨੂੰ ਅਪਰੋਚ ਦੇ ਤੌਰ ਤੇ ਕਿਸੇ ਸਿਆਸਤ ਨਾਲ ਕੋਈ ਵਿਰੋਧ ਹੈ, ਉਹ ਲੋਕਾਂ ਨੇ ਕੱਢ ਕੇ ਪਾਇਆ ਨਾ ਚਾਰ ਬੰਦਿਆਂ ਦੇ ਬਾਰੇ, ਉਹੀ ਸੇਮ ਸ਼ੇਅਰ ਜਿਹੜੇ ਸੋਨੀਆ ਗਾਂਧੀ ਬਾਰੇ ਵੀ, ਜਿਹੜੇ ਮੋਦੀ ਬਾਰੇ ਵੀ, ਜਿਹੜੇ ਵੱਖ-ਵੱਖ ਬੰਦਿਆਂ ਬਾਰੇ ਜਿਹਦੇ ਬਾਰੇ ਵੀ ਚੱਲੇ, ਤਾਂ ਤੁਸੀਂ ਉਹੀ ਚੀਜ਼ਾਂ ਰੱਟ ਕੇ ਸਭ ਦੇ ਬਾਰੇ ਇੱਕੋ ਜਿਹਾ ਸੋਚ ਕੇ ਕਹਿ ਸਕਦੇ ਹੋ, ਤਾਂ ਤੁਸੀਂ ਪਰਫਾਰਮਰ ਤਾਂ ਹੋ ਸਕਦੇ ਹੋ, ਸਟੇਜ ਪਰਫਾਰਮਰ। ਤੁਸੀਂ ਸੀਰੀਅਸ ਪੋਲੀਟੀਸ਼ੀਅਨ ਨਹੀਂ ਹੋ ਸਕਦੇ। ਸੀਰੀਅਸ ਪੋਲੀਟੀਸ਼ੀਅਨ ਜੇ ਉਹ 3 ਵਾਰ MP ਰਿਹਾ ਤੇ ਪਾਰਲੀਮੈਂਟ 'ਚ ਇੱਕ ਵੀ ਗੱਲ ਕਦੇ ਕੀਤੀ ਹੋਵੇ ਇਸ ਟਾਈਮ, ਜਾਂ ਫੈਡਰਲਿਜ਼ਮ ਦੀ ਜਾਂ ਪਾਕਿਸਤਾਨ ਨਾਲ ਦੋਸਤੀ ਦਾ ਸਵਾਲ ਸੀ। ਗੱਲ ਪੰਜਾਬ ਦੇ ਏਜੰਡੇ ਦੀ। ਪੰਜਾਬ ਦੇ ਵਿੱਚ ਕਈ ਸਰਕਾਰਾਂ ਆਈਆਂ, ਕਈ ਚਲੇ ਗਈਆਂ, ਪਰ ਸਵਾਲ ਉੱਥੇ ਆ ਕੇ ਖੜ ਜਾਂਦਾ ਕਿ ਪੰਜਾਬ ਦੇ ਭਵਿੱਖ ਲਈ ਜਾਂ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਕੀ ਕੁਝ ਸਿਆਸੀ ਪਾਰਟੀਆਂ ਨੇ ਕੀਤਾ, ਕਿ ਸਾਰੀਆਂ ਸਿਆਸੀ ਪਾਰਟੀਆਂ ਕਹਿੰਦੀਆਂ ਨੇ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਸੁਨਹਿਰੀ ਭਵਿੱਖ ਦਾਂਗੇ। ਤਾਂ ਦੂਸਰੇ ਪਾਸੇ ਕੈਬਨਿਟ ਮਿਨਿਸਟਰ ਵੀ ਚੇਂਜ ਕੀਤੇ ਗਏ ਨੇ, ਚੰਨੀ ਸਾਹਿਬ ਜੋ ਨਵੇਂ CM ਬਦਲੇ ਨੇ, ਕਿ ਸਾਰਿਆਂ ਨੂੰ ਫਿਕਰ ਇਹੀ ਹੈ ਵੀ ਕੈਬਨਿਟ ਮਿਨਿਸਟਰ ਵਿੱਚ ਕਿਸ ਨੂੰ ਮਿਨਿਸਟਰੀ ਮਿਲੇਗੀ ਤੇ ਕਿਸ ਦੀ ਜਾਏਗੀ। ਕੀ ਕੋਈ ਪੰਜਾਬ ਦੀ ਵੀ ਗੱਲ ਕਰਦਾ ਹੈ? ਕੀ ਮਿਨਿਸਟਰ ਬਦਲਣ ਦੇ ਨਾਲ ਪੰਜਾਬ ਦੇ ਲੋਕਾਂ ਦਾ ਭਵਿੱਖ ਬਦਲਿਆ ਜਾ ਸਕਦਾ? ਤੇ ਦੂਸਰੇ ਪਾਸੇ ਜੇ ਕੋਈ ਵੀ ਵਿਅਕਤੀ ਪੰਜਾਬ ਦੀ ਗੱਲ ਕਰਦਾ ਹੈ, ਜੇ ਉਹ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਪਹੁੰਚ ਜਾਂਦਾ ਹੈ, ਉਸ ਦੇ ਨਾਲ ਜੋ ਪੰਜਾਬ ਦੇ ਏਜੰਡੇ ਨੇ ਕੀ ਉਹ ਵੀ ਉੱਥੇ ਪਹੁੰਚ ਜਾਂਦੇ ਨੇ? ਉਹ ਸਭ ਤੋਂ ਮਹੱਤਵਪੂਰਨ ਸਵਾਲ ਇਹ ਹੁੰਦਾ ਕਿ ਕੋਈ ਵੀ ਸਿਆਸੀ ਪਾਰਟੀ, ਖੇਤਰੀ ਪਾਰਟੀ ਪੰਜਾਬ ਦੀ ਆਪਣੇ ਆਪ ਨੂੰ ਕਹਾਉਂਦੀ ਹੈ ਕਿ ਵਾਕਈ ਉਹ ਖੇਤਰੀ ਪਾਰਟੀ ਹੁੰਦੀ ਹੈ, ਕਿ ਉਸ ਨੂੰ ਵੀ ਦਿੱਲੀ ਦੇ ਇਸ਼ਾਰਿਆਂ ਤੇ ਹੀ ਚੱਲਣਾ ਪੈਂਦਾ ਹੈ। ਤਾਂ ਦੂਸਰੇ ਪਾਸੇ ਹਰ ਇੱਕ ਸਿਆਸੀ ਪਾਰਟੀ ਦਾ ਜ਼ੋਰ ਲੱਗਿਆ ਹੋਇਆ ਸੀ ਦਲਿਤਾਂ ਨੂੰ ਲੈ ਕੇ, ਵੀ ਕੋਈ ਕਹਿੰਦਾ ਸੀ ਸਾਡਾ CM ਦਲਿਤ ਹੈ, ਕੋਈ ਕਹਿੰਦਾ ਸਾਡਾ ਉਪ ਮੁੱਖ ਮੰਤਰੀ ਦਲਿਤ ਹੈ। ਹੁਣ ਕਾਂਗਰਸ ਨੇ ਜੋ CM ਚੰਨੀ ਸਾਹਿਬ ਨੂੰ ਬਣਾਇਆ ਚਿਹਰਾ, ਕਿ ਵਾਕਈ ਇਹ ਵੀ ਇੱਕ ਦਾਅ ਖੇਡਿਆ ਗਿਆ ਕਿ 2022 ਦੇ ਵਿੱਚ ਚੋਣਾਂ ਨੇ, ਉਸ ਤੋਂ ਸਪਸ਼ਟ ਹੋ ਜਾਊਗਾ ਕਿ ਉਹਨਾਂ ਦੀ ਜਿੱਤ ਪੱਕੀ ਹੈ। ਤੇ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ ਵੀ, ਕਿ ਸਿੱਧੂ ਸਾਹਿਬ ਦਾ ਪਹਿਲਾਂ ਨਾਮ ਲਿਆ ਗਿਆ ਸੀ ਵੀ ਇਹਨਾਂ ਦੇ ਹੇਠਾਂ ਹੀ ਚੋਣਾਂ ਲੜੀਆਂ ਜਾਣੀਆਂ 2022 ਦੇ ਵਿੱਚ, ਕਿ ਸਪਸ਼ਟ ਸੀ ਕਿ ਸਿਰਫ 3 ਮਹੀਨੇ ਵਾਸਤੇ ਹੀ ਜੋ ਚੰਨੀ ਸਾਹਿਬ ਨੇ ਉਹ CM ਨੇ ਪੰਜਾਬ ਦੇ। ਸ਼ੁਰੂਆਤ ਕਰਾਂਗੇ ਪੰਜਾਬ ਦੇ ਏਜੰਡੇ ਤੋਂ, ਕਿ ਪੰਜਾਬ ਦਾ ਏਜੰਡਾ ਇਹ ਸਿਆਸੀ ਪਾਰਟੀਆਂ ਤੈਅ ਕਰ ਦੇਣਗੀਆਂ। ਉਹ ਸਵਾਲ ਸਭ ਤੋਂ ਵੱਡਾ ਤੁਸੀਂ ਪੁੱਛਣਾ, ਜੋ ਤੁਹਾਡੇ ਕੋਲ ਕੋਈ ਲੀਡਰ ਆਉਂਦਾ ਵੋਟਾਂ ਮੰਗਣ ਲਈ, 3 ਲੱਖ ਕਰੋੜ ਰੁਪਈਆ ਪੰਜਾਬ ਦੇ ਸਿਰ ਕਰਜ਼ਾ, ਜਿਸ ਦੀ ਵਿਆਜ ਲਗਭਗ 20,000 ਕਰੋੜ ਸਾਲਾਨਾ ਜਾਂਦੀ ਹੈ। ਕਿ ਕਿਸੇ ਸਿਆਸੀ ਪਾਰਟੀ ਨੇ ਗੱਲ ਕਹੀ ਵੀ ਅਸੀਂ ਪੰਜਾਬ ਦੇ ਸਿਰੋਂ ਕਰਜ਼ਾ ਲਾਵਾਂਗੇ? ਕਿ ਕਿਸੇ ਸਿਆਸੀ ਪਾਰਟੀ ਨੇ ਸਿੱਖਿਆ ਪ੍ਰਤੀ ਕੋਈ ਵੀ ਆਪਣਾ ਦਸਤਾਵੇਜ਼ ਰੱਖਿਆ ਵੀ ਅਸੀਂ ਆਹ ਕਰਾਂਗੇ, ਜਾਂ ਪੰਜਾਬ ਦੇ ਨੌਜਵਾਨਾਂ ਵਾਸਤੇ ਅਸੀਂ ਆਹ ਕਰਾਂਗੇ? ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਪੰਜਾਬ ਨਿਊਜ਼ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਰ। ਮੈਂ ਪਹਿਲਾ ਸਵਾਲ ਇਹ ਹੈ ਕਿ ਸਿਆਸੀ ਪਾਰਟੀਆਂ ਦੀ ਵੀ ਗੱਲ ਕਰਾਂਗੇ, ਪੰਜਾਬ ਦਾ ਏਜੰਡਾ ਕੀ ਹੈ? ਜੇ ਪੰਜਾਬ ਦੇ ਏਜੰਡੇ ਦੀ ਗੱਲ ਕਰੀਏ, ਕਿ ਵਾਕਈ ਕੋਈ ਲੀਡਰ ਇਹ ਗੱਲ ਚੁੱਕਦਾ ਵੀ ਪੰਜਾਬ ਦਾ ਏਜੰਡਾ ਹੈ, ਪੰਜਾਬ ਵਾਸਤੇ ਕੋਈ ਵੀ ਬਲੂਪ੍ਰਿੰਟ ਕਿਸੇ ਕੋਲ ਤਿਆਰ ਹੈਗਾ ਪੰਜਾਬ 'ਚ 2022 'ਚ, ਉਸ ਤੋਂ ਬਾਅਦ ਹੋਣਾ ਕੀ ਹੈ? ਕੋਈ ਵੀ ਸਿਆਸੀ ਪਾਰਟੀ ਬਲੂਪ੍ਰਿੰਟ ਦੇ ਸਕਦੀ ਹੈ? ਅਸਲ ਦੇ ਵਿੱਚ ਪਾਰਟੀਆਂ ਕਾਫੀ ਲੰਮੇ ਸਮੇਂ ਤੋਂ ਲੱਗੀਆਂ ਨੇ ਮਿਸ਼ਨ 22, ਉਹਨਾਂ ਦਾ ਇੱਕ ਸਲੋਗਨ ਹੈ ਮਿਸ਼ਨ 22। ਮਿਸ਼ਨ 22 ਦਾ ਮਤਲਬ ਕੀ ਹੈ ਕਿ 22 'ਚ ਸੱਤਾ ਤੇ ਕੌਣ ਕਾਬਜ ਹੋ ਜਾਊਗਾ। ਔਰ ਅਕਾਲੀ ਦਲ ਨੂੰ ਲੱਗਦਾ ਕਿ BSP ਨਾਲ ਆਪਾਂ ਸਮਝੌਤਾ ਕਰਕੇ ਸ਼ਾਇਦ ਇਸ ਤਰੀਕੇ ਨਾਲ ਕਾਬਜ ਹੋ ਜਾਵਾਂਗੇ। ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਇਹਨਾਂ ਦੋਨਾਂ ਪਾਰਟੀਆਂ ਤੋਂ ਪਹਿਲਾਂ ਹੀ ਨਾਰਾਜ਼ਗੀ ਹੈ ਤੇ BJP ਦੇ ਖਿਲਾਫ ਕਿਸਾਨ ਅੰਦੋਲਨ ਬਹੁਤ ਵੱਡੇ ਪੱਧਰ ਦੇ ਉੱਤੇ ਹੈ, ਸ਼ਾਇਦ ਦੁਬਾਰਾ ਸਾਡਾ ਇੱਕ ਲੱਗ ਜੂਗਾ ਤੁੱਕਾ ਉਸ ਤਰੀਕੇ ਨਾਲ। ਪਰ ਉਹ ਉੱਭਰੀ ਹੋਈ ਆ, ਉਹ ਕੀ ਕਹਿ ਰਹੀ ਹੈ 300 ਯੂਨਿਟ ਮੁਫਤ ਬਿਜਲੀ ਦੇ ਦਾਂਗੇ, ਸਿੱਖ ਨੂੰ ਕਿਸੇ ਨੂੰ ਚੀਫ ਮਿਨਿਸਟਰ ਦਾ ਕੈਂਡੀਡੇਟ ਦੇ ਤੌਰ ਤੇ ਚਿਹਰਾ ਲਿਆ ਕੇ ਦਿਖਾਵਾਂਗੇ ਤੁਹਾਨੂੰ। ਉਹਦੀ ਤਲਾਸ਼ ਨਹੀਂ ਮੁੱਕੀ ਹਜੇ ਤੱਕ ਕਿਸ ਤਰ੍ਹਾਂ ਦੀ ਹੈ। BJP ਵੈਸੇ ਹੀ ਪੰਜਾਬ ਦੀ ਅਜੇ ਛੋਟੀ ਪਾਰਟੀ ਹੈ, ਅਜੇ ਦਾਅਵੇਦਾਰ ਉਸ ਲੈਵਲ ਤੇ ਨਹੀਂ ਹੈ। ਤੇ ਇਸੇ ਤਰ੍ਹਾਂ ਕਾਂਗਰਸ ਹੈ, ਕਾਂਗਰਸ ਨੇ ਪਹਿਲਾਂ ਇੱਕ 18 ਪ੍ਰੋਗਰਾਮ ਦੇ ਦਿੱਤਾ ਅਮਰਿੰਦਰ ਸਿੰਘ ਨੂੰ ਕਿ ਇਹਨੂੰ ਲਾਗੂ ਕਰੋ। ਅਮਰਿੰਦਰ ਸਿੰਘ ਕਹਿੰਦਾ 93% ਵਾਅਦੇ ਮੈਂ ਪਹਿਲਾਂ ਹੀ ਪੂਰੇ ਕਰ ਚੁੱਕਿਆ, ਮਾੜੇ ਮੋਟੇ ਰਹਿੰਦੇ ਨੇ ਪੂਰੇ ਕਰ ਦਾਂਗੇ।
ਤੇ ਫਿਰ ਚਲਦੇ ਚਲਦੇ ਇਹ ਆ ਗਿਆ ਕਿ ਚਿਹਰਾ ਬਦਲ ਦੋ। ਚਿਹਰੇ ਬਦਲਦੇ ਬਦਲਦੇ ਮੈਨੂੰ ਲੱਗਦਾ ਅੰਦਰ ਨਾਰਾਜ਼ਗੀਆਂ ਇੰਨੀਆਂ ਪੈਦਾ ਹੋ ਗਈਆਂ ਨੇ, ਕਦੇ ਜਾਖੜ ਦਾ ਚਿਹਰਾ, ਕਦੇ ਰੰਧਾਵੇ ਦਾ ਚਿਹਰਾ, ਕਦੇ ਸਿੱਧੂ ਦਾ ਚਿਹਰਾ, ਕਦੇ ਗੁਣਾ ਆਫਟਰ ਪੈ ਗਿਆ ਆ ਕੇ ਚਰਨਜੀਤ ਸਿੰਘ ਚੰਨੀ ਤੇ ਇਹਨੂੰ ਹੁਣ ਕਾਂਗਰਸ ਨੇ ਉਭਾਰਤਾ ਬੜੇ ਵੱਡੇ ਪੱਧਰ ਤੇ ਦੇਸ਼ ਦੇ ਵਿੱਚ ਕਿ ਦੇਖੋ ਜੀ ਪੂਰੇ ਦੇਸ਼ ਦੇ ਵਿੱਚ ਅਸੀਂ ਕਿਸੇ ਦਲਿਤ ਨੂੰ ਚੀਫ ਮਿਨਿਸਟਰ ਬਣਾਇਆ, ਅਸੀਂ ਕਿਸੇ ਅਨੁਸੂਚਿਤ ਜਾਤੀ ਵਾਲੇ ਨੂੰ ਚੀਫ ਮਿਨਿਸਟਰ ਬਣਾਇਆ, ਔਰ ਉਹਦੇ ਨਾਲ ਇੱਕ ਸੈਂਟੀਮੈਂਟ, ਇੱਕ ਭਾਵਨਾ ਦੇ ਘੋੜੇ ਤੇ ਚੜ੍ਹ ਕੇ ਸਵਾਰ ਹੋ ਕੇ ਉਹ ਚਾਹੁੰਦੇ ਆ ਕਿ 22 ਦੇ ਵਿੱਚ ਸ਼ਾਇਦ ਅਸੀਂ ਇਸ ਤਰੀਕੇ ਨਾਲ ਜਾਵਾਂਗੇ। ਹਾਲਾਂਕਿ ਉਹਦੇ 'ਚ ਬਥੇਰੀਆਂ ਕੰਟਰਾਡਿਕਸ਼ਨਾਂ ਆਉਣਗੀਆਂ। ਅਜੇ ਜਿਨ੍ਹਾਂ ਨੇ ਸਾਰਿਆਂ ਨੇ ਆਪਣੇ ਚਿਹਰੇ ਚੂਰੇ ਸਵਾਰੇ ਹੋਏ ਸੀ ਕਿ ਮੇਰੀ ਅਗਵਾਈ 'ਚ ਹੋਊ, ਚਾਹੇ ਉਹ ਨਵਜੋਤ ਸਿੱਧੂ ਹੋਵੇ, ਚਾਹੇ ਕੋਈ ਬਾਕੀ ਦੇ ਬੰਦੇ ਹੋਣ, ਉਹਨਾਂ ਨੂੰ ਵੀ ਹੁਣ ਅੰਦਰੋਂ ਅੰਦਰ ਹੀ ਖਦਸ਼ਾ ਤਾਂ ਹੋ ਗਿਆ ਕਿ ਐਡਾ ਸੌਖਾ ਨਹੀਂ। ਚਾਹੇ ਪ੍ਰਤੀਕ ਦੇ ਤੌਰ ਤੇ ਲਿਆਂਦਾ ਗਿਆ ਚਰਨਜੀਤ ਸਿੰਘ ਚੰਨੀ ਨੂੰ, ਸਿੰਬੋਲਿਕ ਤੌਰ ਤੇ ਲਿਆਂਦਾ ਗਿਆ। ਪੰਜਾਬ ਦੇ ਲੋਕ ਕਾਸਟ ਦੇ ਆਧਾਰ ਤੇ ਉਨੀ ਵੋਟ ਵੀ ਨਹੀਂ ਕਰਦੇ ਜਿੰਨੀ ਦੂਜੇ ਸੂਬਿਆਂ ਦੇ ਵਿੱਚ ਯੂਪੀ ਤੇ ਬਿਹਾਰ 'ਚ ਜਾਤ ਮੈਟਰ ਕਰਦੀ ਹੈ। ਪਰ ਇਹਦੇ ਬਾਵਜੂਦ ਜਦੋਂ ਇੱਕ ਧਾਰਨਾ ਬਣਾ ਦਿੰਦੇ ਹੋ ਤੇ ਤੁਸੀਂ ਕਿਸੇ ਨੂੰ ਪਿੱਛੇ ਹਟਾਉਣਾ ਬੜਾ ਮੁਸ਼ਕਲ ਹੈ। ਅਜੇ ਤੱਕ ਪਾਰਟੀਆਂ ਇਹਦੇ ਇਰਦ ਗਿਰਦ ਨੇ ਕਿ ਅਸੀਂ ਐਵੇਂ ਚੱਲਦੇ। ਪੰਜਾਬ ਦੀ ਸਮੱਸਿਆ ਕੀ ਹੈ, ਪੰਜਾਬ ਗਿਰਾਵਟ 'ਚ ਕਿਉਂ ਹੈ ਤੇ ਗਿਰਾਵਟ 'ਚੋਂ ਕੱਢਣ ਦੇ ਵਾਸਤੇ ਕਰਨਾ ਕੀ ਹੈ, ਇਹ ਤਾਂ ਅਜੇ ਚਰਚਾ ਦਾ ਹੀ ਮੁੱਦਾ ਨਹੀਂ ਹੈ। ਇਹ ਚਰਚਾ ਦੇ ਤੌਰ ਦੇ ਉੱਤੇ ਲਿਆਉਣ ਦੇ ਵਾਸਤੇ ਕੀ ਕਰਨਾ ਪਏਗਾ? ਜਿਹੜੀ ਪੁਰਾਣੀ ਪੋਲਿਟਿਕਸ ਹੁਣ ਤੱਕ ਦੀ ਚੱਲਦੀ ਹੈ ਉਹਨੂੰ ਨਵਿਆਉਣਾ ਪਏਗਾ। ਨਵਿਆਉਣਾ ਕਿਵੇਂ ਪਊਗਾ? ਹੁਣ ਮੰਨ ਲਓ ਪਹਿਲਾਂ ਜਦੋਂ ਡਾਕਟਰ ਦੇ ਕੋਈ ਜਾਂਦਾ ਹੈ, ਡਾਕਟਰ ਪਹਿਲਾਂ ਚੈੱਕ ਕਰਦਾ ਨਾ ਕਿ ਕੀ ਹੈ, ਬੁਖਾਰ ਹੈ, ਬੁਖਾਰ ਵੀ ਅੱਗੇ ਕਿਹੜਾ ਹੈ, ਮਲੇਰੀਆ ਹੈ, ਟਾਈਫਾਇਡ ਹੈ ਜਾਂ ਕੁਝ ਹੋਰ ਹੈ ਜਾਂ ਕੋਈ ਇਨਫੈਕਸ਼ਨ ਹੈ। ਉਹ ਦੋਨੋਂ ਕੰਮ ਕਰਦਾ ਕਿ ਪਹਿਲਾਂ ਬੁਖਾਰ ਲਾਉਣ ਦੀ ਵੀ ਕੋਸ਼ਿਸ਼ ਕਰਦਾ ਤੇ ਫਿਰ ਉਦੋਂ ਬਾਅਦ ਟੈਸਟ ਟੁਸਟ ਕਰਾ ਕੇ ਜਦੋਂ ਡਾਇਗਨੋਜ਼ ਕਰ ਲੈਂਦਾ ਫਿਰ ਪੂਰਾ ਟਰੀਟਮੈਂਟ ਦੇਣ ਦੀ ਕੋਸ਼ਿਸ਼ ਕਰਦਾ। ਹੁਣ ਸਾਡੇ ਡਾਇਗਨੋਜ਼ ਕਰ ਲਿਆ ਇਹਨਾਂ ਨੇ ਪੰਜਾਬ ਦਾ ਕਿ ਅਸਲ 'ਚ ਪੰਜਾਬ ਨੂੰ ਕੀ ਚਾਹੀਦਾ। ਪੰਜਾਬ ਦੇ ਤੌਰ ਤੇ ਸਿੰਬਲ ਦੇ ਤੌਰ ਤੇ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਕਿ ਪੰਜਾਬ ਦੇ ਨੌਜਵਾਨ, ਪੰਜਾਬ ਉੱਜੜ ਰਿਹਾ ਬਹੁਤ ਬੁਰੀ ਤਰ੍ਹਾਂ। ਹਰ ਆਈਲੈਟ ਬੰਦਾ +2 ਕਰਕੇ ਆਈਲੈਟਸ ਕਰਕੇ ਬਾਹਰ ਜਾਣਾ ਚਾਹੁੰਦਾ, ਸਗੋਂ ਇਹ ਉਹਦੀ ਹੈਲਪ ਕਰ ਰਹੇ ਨੇ, ਤੂੰ ਜਾ ਉੱਜੜ ਤੇ ਤੈਨੂੰ ਕੋਈ ਲੋੜ ਨਹੀਂ। ਦੂਜੀ ਗੱਲ, ਪੰਜਾਬ ਜਿਹੜਾ 5 ਪਾਣੀਆਂ ਦੀ ਧਰਤੀ ਹੈ ਤੇ ਇੱਥੇ ਪਾਣੀ ਮੁੱਲ ਵਿਕੂਗਾ, ਤੁਹਾਨੂੰ ਪੀਣ ਲਈ ਵੀ ਸ਼ੁੱਧ ਪਾਣੀ ਨਹੀਂ ਮਿਲੂਗਾ, ਨਾ ਦਰਿਆਵਾਂ 'ਚੋਂ ਨਾ ਧਰਤੀ ਹੇਠੋਂ ਨਾ ਆਲੇ ਦੁਆਲੇ। ਪਾਣੀ ਮੁੱਕ ਜੂਗਾ 2039 ਤੱਕ, ਜਿਹੜੇ ਵਿਗਿਆਨੀ ਕਹਿ ਰਹੇ ਨੇ ਜੇ ਇਸੇ ਤਰੀਕੇ ਨਾਲ ਚੱਲਦਾ ਰਿਹਾ ਤੇ ਪਾਣੀ ਖਤਮ ਹੋ ਕੇ ਪੰਜਾਬ ਰੇਗਿਸਤਾਨ ਬਣ ਜੂਗਾ। ਤੇ ਇਸੇ ਤਰੀਕੇ ਦੇ ਨਾਲ ਸਾਡੇ ਕੋਲ ਐਜੂਕੇਸ਼ਨ ਸਿਸਟਮ ਹੈ, ਐਜੂਕੇਸ਼ਨ ਸਿਸਟਮ ਗਰੀਬਾਂ ਦਾ ਹੋਰ ਹੈ ਤੇ ਅਮੀਰਾਂ ਦਾ ਹੋਰ ਹੈ। ਔਰ 77% ਤੋਂ ਵੱਧ ਲੋਕ ਕੇਵਲ ਦਲਿਤਾਂ ਦੇ ਰਹਿ ਗਏ ਸਰਕਾਰੀ ਸਕੂਲਾਂ ਦੇ ਵਿੱਚ, ਬਾਕੀ ਗਰੀਬਾਂ ਦੇ ਹੋਰ ਨੇ। ਤੇ ਜਿਹਦੀ ਜੇਬ 'ਚ ਪੈਸਾ ਉਹ ਕਿਤੇ ਹੋਰ ਕਰੂਗਾ। ਉਸੇ ਤਰ੍ਹਾਂ ਹਸਪਤਾਲ ਨੇ, ਖੈਰਾਤੀ ਹਸਪਤਾਲ ਤੇ ਮਹਿੰਗੇ ਹਸਪਤਾਲ, ਜਿਹਦੀ ਜੇਬ 'ਚ ਪੈਸਾ ਉਹ ਮਹਿੰਗੇ 'ਚ ਇਲਾਜ ਕਰਾਓ। ਫੁੱਟ ਇਸ ਪੱਧਰ ਤੇ ਪਈ ਹੋਈ ਹੈ। ਇਹਦੇ ਤੋਂ ਵੀ ਵੱਡਾ ਜਿਹੜਾ ਇੱਕ ਸੈਟਅਪ ਸਾਡੇ ਸਾਹਮਣੇ ਹੈ ਕਿ ਪੰਜਾਬ ਦਾ ਕਿਸਾਨ ਕਰਜ਼ੇ ਖੁਦ ਦੇ ਬੋਝ ਹੇਠ, ਕਿਸਾਨ ਤੇ ਮਜ਼ਦੂਰ ਦੋਨੋਂ ਆਪੋ ਆਪਣੀ ਆਬਾਦੀ ਦੇ ਮੁਤਾਬਕ ਖੁਦਕਸ਼ੀਆਂ ਕਰ ਰਹੇ ਨੇ। ਔਰ ਬੇਰੁਜ਼ਗਾਰੀ ਦਾ ਕੋਈ ਤੁਹਾਡੇ ਸਾਹਮਣੇ ਹੈ, ਜਦੋਂ ਇੱਕ ਪਟਵਾਰੀ ਦਾ ਨਿਕਲਦਾ ਤਾਂ ਲੱਖਾਂ ਬੰਦਾ ਸੜਕਾਂ ਤੇ ਤੁਰਿਆ ਫਿਰਦਾ, ਸੈਕਟਰੀ ਦਾ ਕੱਢ ਦਿਓ ਤਾਂ ਲੱਖਾਂ ਬੰਦਾ ਸੜਕਾਂ ਤੇ ਤੁਰਿਆ ਫਿਰਦਾ। ਘਰ ਘਰ ਰੁਜ਼ਗਾਰ ਦੇ ਵਾਅਦੇ ਹੋ ਗਏ, ਰੁਜ਼ਗਾਰ ਆਊਗਾ ਕਿੱਥੋਂ? ਇਹਦੇ ਤੇ ਕੋਈ ਚਰਚਾ ਉਸ ਪੱਧਰ ਦੇ ਉੱਤੇ ਨਹੀਂ ਹੋ ਰਹੀ। ਤੇ ਇਹ ਸਾਰੇ ਸੈਟਅਪ ਦੇ ਵਿੱਚੋਂ ਜੇ ਮਾੜਾ ਮੋਟਾ ਡਾਇਗਨੋਜ਼ ਕੀਤਾ ਪੰਜਾਬ ਦਾ ਕਿਸੇ ਨੇ ਤਾਂ ਉਹ ਕੀਤਾ ਕਿਸਾਨ ਅੰਦੋਲਨ ਨੇ। ਕਿਸਾਨ ਅੰਦੋਲਨ ਨੇ ਡਾਇਗਨੋਜ਼ ਕਿਵੇਂ ਕੀਤਾ? ਇੱਕ ਤਾਂ ਕੱਲੇ ਬੰਦੇ ਨੂੰ ਇਹ ਸਮਝਾ ਦਿੱਤਾ ਗਿਆ ਕਿ ਜੇ ਵਿਕਾਸ ਦਾ ਮਾਡਲ ਇਹੀ ਰਹਿੰਦਾ, ਜਿਹੜੇ ਤਰੀਕੇ ਤੇ ਅਸੀਂ ਚੱਲਦੇ ਆ ਰਹੇ ਹਾਂ, ਉਹ ਮਾਡਲ ਸਾਡੇ ਭਵਿੱਖ ਦਾ ਮਾਡਲ ਨਹੀਂ, ਸਾਡੇ ਗਲਾਂ 'ਚ ਫੰਦਾ ਪਾਉਣ ਵਾਲਾ ਮਾਡਲ ਹੈ। ਉਹਦੇ ਤੋਂ ਖਹਿੜਾ ਛਡਾਉਣਾ ਪਏਗਾ, ਜਿਹਨੂੰ ਕਾਰਪੋਰੇਟ ਦਾ ਮਾਡਲ ਕਿਹਾ ਜਾਂਦਾ ਵਿਕਾਸ ਦਾ, ਜਿਹਨੂੰ ਇਹ ਕਿਹਾ ਜਾਂਦਾ ਕਿ ਉਹ ਮੁਨਾਫੇ ਦੇ ਵਾਸਤੇ ਲੋਕਾਂ ਦੀਆਂ ਜ਼ਿੰਦਗੀਆਂ ਵੀ ਲੈ ਸਕਦਾ, ਮੁਨਾਫੇ ਵਾਸਤੇ ਲੋਕਾਂ ਦੇ ਕਬਜ਼ੇ ਵੀ ਕਰ ਸਕਦਾ, ਦੁਕਾਨਾਂ 'ਤੇ, ਲੋਕਾਂ ਦੇ ਖੇਤਾਂ 'ਚ, ਲੋਕਾਂ ਦੇ ਹਰ ਕਿਤੇ ਖਾਤਿਆਂ ਦੇ ਉੱਤੇ ਕਬਜ਼ੇ ਵੀ ਕਰ ਸਕਦਾ। ਉਹ 1% ਲੋਕਾਂ ਦੀ ਭਲਾਈ ਦੇ ਵਾਲਾ ਹੈ ਤੇ 99% ਲੋਕਾਂ ਨੂੰ ਉਹਦੇ 'ਚ ਕੋਈ ਫਾਇਦਾ ਨਹੀਂ ਹੋ ਰਿਹਾ। ਇਹ ਰੁਜ਼ਗਾਰ ਵਿਹੂਣਾ ਮਾਡਲ ਹੈ। ਇਹ ਰੁਜ਼ਗਾਰ ਹੁਣ ਪੈਦਾ ਨਹੀਂ ਕਰਦਾ, ਰੁਜ਼ਗਾਰ ਖੋਹ ਰਿਹਾ। ਬਲਕਿ ਇੱਕ ਤਾਂ ਇਹ ਵੱਡੀ ਗੱਲ ਜਿਹੜੀ ਕੀਤੀ ਹੈ ਇਸ ਅੰਦੋਲਨ ਨੇ ਕਿ ਪੰਜਾਬ ਨੂੰ ਉਸ ਮਾਡਲ ਨੂੰ ਚੁਣੌਤੀ ਦੇ ਕੇ ਆਪਣਾ ਮਾਡਲ ਲੱਭਣਾ ਪਏਗਾ ਕਿ ਅਸੀਂ ਕਿਹੜੇ ਰਸਤੇ ਫਿਰ ਚੱਲੀਏ, ਸਾਡੀ ਖੇਤੀ ਕਿਹੜੇ ਰਸਤੇ ਚੱਲੇ, ਸਾਡਾ ਵਪਾਰ ਕਿਹੜੇ ਰਸਤੇ ਚੱਲੇ, ਸਾਡੇ 'ਚ ਨੌਕਰੀਆਂ ਕਿਵੇਂ ਪੈਦਾ ਹੋਣਗੀਆਂ। ਦੂਜੀ ਗੱਲ ਉਸਨੇ ਇਹ ਉਭਾਰਿਆ ਏਜੰਡੇ ਦੇ ਤੌਰ ਤੇ ਡਾਇਗਨੋਜ਼ ਕਰਕੇ ਕਿ ਸਾਡੀ ਸਮੱਸਿਆ ਦੀ ਜਿਹੜੀ ਇੱਕ ਜੜ ਹੈ ਕਾਫੀ ਵੱਡੇ ਪੱਧਰ ਤੇ, ਉਹ ਹੈ ਤਾਕਤਾਂ ਦਾ ਕੇਂਦਰੀਕਰਨ। ਤਾਕਤ ਦਾ ਕੇਂਦਰੀਕਰਨ ਜਿਹੜਾ ਜਾ ਰਿਹਾ ਕਿ ਕੇਂਦਰ ਸਰਕਾਰ ਲਗਾਤਾਰ ਸਾਡੀਆਂ ਜਿਹੜੀਆਂ ਰਾਜਾਂ ਦੀਆਂ ਤਾਕਤਾਂ ਨੇ ਉਹ ਵੀ ਹੜੱਪ ਰਹੀ ਹੈ। 1975 ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, 1976 ਦੇ ਵਿੱਚ 42ਵੀਂ ਸੋਧ ਹੁੰਦੀ ਹੈ ਸੰਵਿਧਾਨ 'ਚ, ਉਹ ਸਿੱਖਿਆ ਨੂੰ ਚੱਕ ਕੇ ਕੇਂਦਰ ਸਾਂਝੀ ਸੂਚੀ 'ਚ ਲੈ ਜਾਂਦੇ ਨੇ, ਕੰਕਰੈਟ ਲਿਸਟ 'ਚ ਲੈ ਜਾਂਦੇ ਨੇ। ਤੇ ਉਸ ਤੋਂ ਬਾਅਦ ਸਿੱਖਿਆ ਕੰਕਰੈਟ ਲਿਸਟ 'ਚ ਜਾਣ ਦਾ ਮਤਲਬ ਹੈ ਸਾਂਝੀ ਸੂਚੀ 'ਚ ਉਹ ਕੇਂਦਰ ਦੀ ਹੋ ਗਈ ਹੈ। ਮਤਲਬ ਜੇ ਉਹ 'ਚ ਕਲੈਸ਼ ਆ ਜਾਂਦਾ ਰਾਜ ਤੇ ਕੇਂਦਰ ਦਾ, ਕੇਂਦਰ ਦੀ ਬੰਨੀ ਜਾਂਦੀ ਹੈ।
ਸਾਡੀ ਐਜੂਕੇਸ਼ਨ ਦਾ ਤਹਿਸ-ਨਹਿਸ ਹੋਣ ਦੇ ਪਿੱਛੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਹੋਰਾਂ ਗੱਲਾਂ ਦੇ ਨਾਲ। ਉਦੋਂ ਬਾਅਦ ਫਿਰ ਤੁਸੀਂ ਯੂਏਪੀਏ, ਤੁਸੀਂ NIA ਦੇ ਸੋਧ ਕਰ ਲੈਂਦੇ ਹੋ, ਜਿਹੜਾ ਲਾ ਐਂਡ ਆਰਡਰ ਸਟੇਟ ਦਾ ਸਬਜੈਕਟ ਹੈ ਉਹ ਚੱਕ ਕੇ ਕੇਂਦਰ ਦੇ ਕੋਲ ਚਲਾ ਜਾਂਦਾ, ਉਹਦਾ ਕਿੰਨਾ ਵੱਡਾ ਹਿੱਸਾ। ਸਾਈਬਰ ਕ੍ਰਾਈਮ ਤਾਂ ਟੋਟਲੀ ਉਹਨਾਂ ਦੇ ਕੋਲ ਚਲਾ ਗਿਆ। ਉਹ ਤੋਂ ਬਾਅਦ ਹੈਲਥ ਵੀ ਲਗਭਗ ਉਹਨਾਂ ਕੋਲ ਆ। ਹੁਣ ਖੇਤੀ ਤੇ ਕਾਨੂੰਨ ਬਣਾਤੇ ਨੇ, ਉਹ ਇਹੀ ਕਹਿ ਰਿਹਾ ਕਿਸਾਨ ਕਿ ਤੁਹਾਨੂੰ ਹੱਕ ਨਹੀਂ, ਖੇਤੀ ਸਟੇਟ ਸਬਜੈਕਟ ਹੈ, ਕੇਂਦਰ ਸਰਕਾਰ ਕਾਨੂੰਨ ਨਹੀਂ ਬਣਾ ਸਕਦੀ, ਜ਼ਬਰਦਸਤੀ ਕਾਨੂੰਨ ਬਣਾਇਆ ਹੋਇਆ। ਫਿਰ 370 ਧਾਰਾ ਖਤਮ ਕੀਤੀ ਜੰਮੂ ਕਸ਼ਮੀਰ ਦੀ, ਜਦੋਂ ਪੰਜਾਬ ਦੇ ਲੋਕ ਇਹ ਕਹਿਣ ਲੱਗੇ ਵੀ ਦੂਜੀ ਵਾਰੀ ਪੰਜਾਬ ਦੀ ਤਾਂ ਨਹੀਂ ਕਿਤੇ, ਤੇ ਇੱਕ ਵਾਰ ਤਾਂ ਕਸ਼ਮੀਰ ਤਾਂ ਤੁਸੀਂ ਤੋੜ ਕੇ ਯੂਨੀਅਨ ਟੈਰੀਟਰੀ ਬਣਾਤਾ। ਤੇ ਇਦੋਂ ਬਾਅਦ ਫਿਰ 370 ਦੇ ਨਾਲ ਨਾਲ ਨਾਗਰਿਕ ਸੋਧ ਬਿੱਲ ਲਿਆਂਦਾ ਤੁਸੀਂ, ਜਿਹਦੇ ਤੇ ਇੱਕ ਬਹੁਤ ਵੱਡਾ ਤਬਕਾ ਮੁਸਲਮਾਨਾਂ ਦਾ, ਜਿਹੜਾ 19 ਕਰੋੜ ਦੀ 19% ਪਾਪੂਲੇਸ਼ਨ ਜਿਹੜੀ ਹੈ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਹੀ ਹੈ ਕਿ ਇਸ ਦੇਸ਼ ਦੇ ਵਿੱਚ ਸਾਡਾ ਜਿਹੜਾ ਫੈਸਲਿਆਂ 'ਚ ਹਿੱਸੇਦਾਰੀ ਉਹ ਨਹੀਂ ਹੈ ਉਸ ਪੱਧਰ ਦੇ ਉੱਤੇ। ਇਹ ਜਿਹੜਾ ਇੱਕ ਟ੍ਰੈਂਡ ਹੈ ਕੇਂਦਰੀਕਰਨ ਦਾ ਚੱਲ ਰਿਹਾ ਉਸ ਪੱਧਰ ਦੇ ਉੱਤੇ, ਤੇ ਉਹ ਟ੍ਰੈਂਡ ਉਹ ਰੁਝਾਨ ਹੋਰ ਜ਼ਿਆਦਾ ਸਾਡੇ ਖਿਲਾਫ ਜਾਏਗਾ। ਇਹ ਇੱਕ ਉਹਨਾਂ ਨੇ ਸਾਡੇ ਸਾਹਮਣੇ ਏਜੰਡਾ ਰੱਖਿਆ। ਤੀਜਾ ਏਜੰਡਾ ਉਹਨਾਂ ਨੇ ਸਾਡੇ ਸਾਹਮਣੇ ਇਹ ਰੱਖਤਾ ਹੈ, ਜਿਹੜਾ ਮੁਕਾਬਲਤਨ ਬਾਕੀ ਪਾਰਟੀਆਂ ਨਹੀਂ ਰੱਖ ਰਹੀਆਂ, ਉਹ ਇਹ ਹੈ ਕਿ ਇੰਪਾਵਰਮੈਂਟ ਆਫ ਦੀ ਪੀਪਲ। ਜਿੰਨਾ ਚਿਰ ਲੋਕਾਂ ਦਾ ਹੱਕ ਨਹੀਂ ਹੋਏਗਾ, ਲੋਕਾਂ ਨੂੰ ਹੱਕ ਨਹੀਂ ਹੋਏਗਾ ਫੈਸਲੇ ਲੈਣ ਦੀ ਪ੍ਰਕਿਰਿਆ 'ਚ, ਜਿਵੇਂ ਦਿੱਲੀ 'ਚ ਤਾਕਤ ਤੇ ਚੰਡੀਗੜ੍ਹ 'ਚ ਤਾਕਤ, ਚੰਡੀਗੜ੍ਹ ਤੋਂ ਤਾਕਤ ਹੇਠਾਂ ਵੀ ਜਾਣੀ ਚਾਹੀਦੀ ਹੈ। ਹੇਠਾਂ ਜਾਣ ਲਈ ਸਾਡੇ ਕੋਲ ਕਾਨੂੰਨ ਵੀ ਹੈ ਤੇ ਸਾਡੇ ਕੋਲ ਸੰਵਿਧਾਨ ਵੀ ਹੈ, ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਕੋਈ ਪਾਰਟੀ ਇਹ ਏਜੰਡਾ ਦਿੰਦੀ ਹੈ, ਜਿਹੜੀਆਂ ਪਾਰਟੀਆਂ ਸਾਡੇ ਕੋਲ ਹੁਣ ਐਗਜ਼ਿਸਟ ਕਰਦੀਆਂ ਨੇ। ਹੇਠਾਂ ਦਾ ਮਤਲਬ ਹੈ 73ਵੀਂ ਸੰਵਿਧਾਨਕ ਸੋਧ, ਪੰਚਾਇਤੀ ਰਾਜ ਸੰਸਥਾਵਾਂ ਦਾ ਏਜੰਡਾ 29 ਡਿਪਾਰਟਮੈਂਟ ਦੇਣੇ ਸੀ। 74ਵੀਂ ਸੰਵਿਧਾਨਕ ਸੋਧ 18 ਡਿਪਾਰਟਮੈਂਟ ਲੋਕਲ ਬਾਡੀ ਨੂੰ ਦੇਣੇ ਸੀ। ਉਹ ਨਾ ਡਿਪਾਰਟਮੈਂਟ ਦਿੱਤੇ, ਨਾ ਬਜਟ ਦਿੱਤਾ, ਨਾ ਕਰਮਚਾਰੀ ਦਿੱਤੇ। ਫਿਰ ਲੋਕਾਂ ਦੀ ਇੰਪਾਵਰਮੈਂਟ ਕਿੱਥੇ ਹੈ? ਤੇ ਇਹ ਸਾਰੇ ਜਿਹੜਾ ਇੱਕ ਏਜੰਡੇ ਦਾ ਇੱਕ ਖਾਕਾ ਜਿਹੜਾ ਡਾਇਗਨੋਜ਼ ਕੀਤਾ ਕਿਸਾਨ ਅੰਦੋਲਨ ਨੇ ਮੁਕਾਬਲਤਨ, ਵੋਟਰ 'ਚ ਵਿਪ ਜਾਰੀ ਕਰਕੇ ਇਹ ਕੰਮ ਕੀਤਾ, ਮਤਵਾਜੀ ਸੰਸਦ ਲਾ ਕੇ ਇਹ ਕੰਮ ਕੀਤਾ, ਪੋਲੀਟੀਕਲ ਪਾਰਟੀਆਂ ਨੂੰ ਤਲਬ ਕਰਕੇ ਸੱਦ ਕੇ ਕਿ ਸਾਡੇ ਮੁਤਾਬਕ ਐਂ ਕੰਮ ਕਰੋ, ਉਹਨਾਂ ਨੇ ਇਹ ਕੰਮ ਕੀਤਾ। ਬਦਲਵੀਂ ਸਿਆਸਤ ਇਸ ਪਾਸੇ ਆ ਰਹੀ ਹੈ। ਹੁਣ ਇਹ ਪਾਰਟੀਆਂ ਦਾ ਆਪਾਂ ਅੰਦਾਜ਼ਾ ਲਾ ਲਓ ਜਿਹੜੀਆਂ ਪੰਜਾਬ ਕੋਲ ਨੇ। ਅੱਛਾ, ਵੈਸੇ ਸਵਾਲ ਹੈ, ਤੁਸੀਂ ਕਹਿ ਦਿਓ ਵੀ ਹੈਲਥ ਉਹਨਾਂ ਕੋਲ ਚਲਾ ਗਿਆ, ਐਜੂਕੇਸ਼ਨ ਚਲੀ ਗਈ, ਸਾਰਾ ਕੁਝ ਹੀ ਕੇਂਦਰ ਸਰਕਾਰ ਲੈ ਗਈ ਆ, ਫਿਰ ਸਾਡੀਆਂ ਜੋ ਖੇਤਰੀ ਪਾਰਟੀਆਂ ਕਹਿੰਦੀਆਂ ਨੇ ਇਹਨਾਂ ਨੇ ਵਿਰੋਧ ਕਿਉਂ ਨਹੀਂ ਕੀਤਾ ਉਸ ਸਮੇਂ? ਹਾਂ, ਇਹੀ ਤਾਂ ਵੱਡਾ ਸਵਾਲ ਹੈ। ਜਿਹੜੀਆਂ ਸਾਡੇ ਕੋਲ 4 ਧਿਰਾਂ ਨੇ ਹੁਣ ਵੱਡੀਆਂ, ਮੰਨ ਲਓ ਇੱਕ BJP ਲਾ ਲਓ, ਚਲੋ ਦੇਸ਼ ਵਿੱਚ ਵੀ ਹੈ, ਇੱਥੇ ਵੀ ਇੱਕ ਗਰੁੱਪ ਹੈਗਾ ਹੀ ਹੈ। ਇੱਕ ਕਾਂਗਰਸ ਲਾ ਲਓ, ਅਕਾਲੀ ਲਾ ਲਓ, ਅਕਾਲੀ BSP ਗੱਠਜੋੜ ਹੋ ਗਿਆ ਜਿਹੜਾ ਵੀ ਸਾਡੇ ਸਾਹਮਣੇ, ਇੱਕ ਆਮ ਆਦਮੀ ਪਾਰਟੀ। ਇਹ ਜਿਹੜੇ ਮੈਂ ਕਾਨੂੰਨ ਗਣਾਏ ਨੇ, ਜਿਹੜੇ ਕੇਂਦਰ ਨੇ ਬਣਾਏ ਨੇ, 370 ਧਾਰਾ ਦੇ ਪੱਖ ਦੇ ਵਿੱਚ ਵੋਟ, ਕਿਸੇ ਨੇ ਇਹਨਾਂ 'ਚ ਉਹਦੇ ਖਿਲਾਫ ਵੋਟ ਪਾਈ? ਨਾਗਰਿਕ ਸੋਧ ਬਿੱਲ ਬਣਾਇਆ, ਕਿਸੇ ਨੇ ਇਹਨਾਂ 'ਚ ਉਹਦੇ ਖਿਲਾਫ ਵੋਟ ਪਾਈ? UAPA ਤੇ NIA ਅਮੈਂਡ ਕੀਤਾ, ਕਿਸੇ ਨੇ ਇਹਨਾਂ ਨੇ ਉਹਦੇ ਖਿਲਾਫ ਵੋਟ ਪਾਈ? ਜੇ ਤੁਸੀਂ ਅੱਜ ਤੱਕ ਉਸੇ ਦੇ ਨਾਲ ਸੀਟੀ ਰਲਦੀ ਹੈ ਤੁਹਾਡੀ ਮੋਦੀ ਨਾਲ, ਕੇਂਦਰ ਸਰਕਾਰ ਨਾਲ, ਤਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੀ ਨਕਸ਼ਾ ਦਿਖਾ ਰਹੇ ਹੋ ਕਿ ਮੈਨੂੰ ਲਿਆਓ ਮੈਂ ਤੁਹਾਡਾ ਬਦਲ ਦੂੰਗਾ? ਤੁਸੀਂ ਤਾਂ ਪਾਰਲੀਮੈਂਟ 'ਚ ਸੀਗੇ ਨਾ, ਕਿਸੇ ਦਾ 1 ਬੰਦਾ, ਕਿਸੇ ਦੇ 4 ਬੰਦੇ, ਕਿਸੇ ਦੇ 5 ਬੰਦੇ, ਕਿਸੇ ਦੇ 10 ਬੰਦੇ, ਜਿੰਨੇ ਵੀ ਸੀਗੇ, ਉਹਨੇ ਪਹੁੰਚ ਕੀ ਅਪਣਾਈ ਹੈ ਉਹਦੇ ਪ੍ਰਤੀ? ਸਾਰੇ ਸੈਂਟਰਲਾਈਜੇਸ਼ਨ ਆਫ ਪਾਵਰ ਦੇ ਦਾਇਰੇ 'ਚ ਖੜੇ ਹੋਏ ਨੇ, ਚਾਹੇ ਕੋਈ ਖੇਤਰੀ ਪਾਰਟੀ ਹੈ, ਚਾਹੇ ਕੋਈ ਬਾਕੀ ਦੀ ਹੈ। ਠੀਕ ਹੈ ਕਿ ਖੇਤੀ ਬਿੱਲਾਂ ਤੇ ਹੁਣ ਅਕਾਲੀ ਦਲ ਇੱਥੇ ਜ਼ਮੀਨ ਖਿਸਕਦੀ ਜਾ ਰਹੀ ਸੀ ਕਿਸਾਨ ਅੰਦੋਲਨ ਦੇ ਕਰਕੇ, ਉਹਨਾਂ ਨੇ ਵਾਪਸ ਲੈ ਲਿਆ ਸਟੈਂਡ ਅਪ ਦਾ, ਪਰ ਪਹਿਲਾਂ ਤਾਂ 2 ਮਹੀਨੇ ਜਦੋਂ ਉਹਦਾ ਆਰਡੀਨੈਂਸ ਸੀ ਉਹਦੀ ਵਕਾਲਤ ਹੀ ਕਰਦੇ ਰਹੇ ਨੇ ਨਾ ਸਭ ਦੇ ਸਾਹਮਣੇ ਉਸੇ ਤਰੀਕੇ ਦੇ ਨਾਲ। ਤੇ ਅਗਲੀ ਗੱਲ ਇੱਕ ਹੋਰ ਹੈ, ਤੇ ਹੁਣ ਜਿਹੜਾ ਇੱਕ ਲੌਜਿਕ ਲਿਆ ਕੇ ਇਹ ਕੀਤਾ ਜਾ ਰਿਹਾ ਕਿ ਕਾਂਗਰਸ ਸ਼ਾਇਦ ਚੀਫ ਮਿਨਿਸਟਰ ਦਾ ਚਿਹਰਾ ਬਦਲ ਕੇ ਆ ਜਾਏ। ਇੱਕ ਬੰਦਾ ਪਾਰਟੀ ਤੋਂ ਵੱਡਾ ਨਹੀਂ ਨਾ ਹੁੰਦਾ, ਫੈਸਲੇ ਪਾਰਟੀ ਲੈਂਦੀ ਹੈ। ਵਾਅਦੇ ਜਿਹੜੇ ਪਹਿਲੇ ਕੀਤੇ ਗਏ ਨੇ, ਪਹਿਲੇ ਬੋਨੇ ਮੈਨੀਫੈਸਟੋ 'ਚ, ਉਹ ਅਮਰਿੰਦਰ ਸਿੰਘ ਨਹੀਂ ਹੈ, ਉਹ ਪਾਰਟੀ ਦੇ ਵਾਅਦੇ ਨੇ। ਅਮਰਿੰਦਰ ਸਿੰਘ ਇੱਕ ਬੰਦਾ ਹੈ ਉਹਦੇ 'ਚ ਜਿਹੜਾ ਹਟਾ ਦਿੱਤਾ ਗਿਆ। ਪਾਰਟੀ ਜਦ ਚਾਹੁੰਦੀ ਹੈ ਹਟਾ ਦਿੰਦੀ ਹੈ, ਜਦ ਚਾਹੁੰਦੀ ਹੈ ਰੱਖ ਲੈਂਦੀ ਹੈ। ਮੇਨ ਗੱਲ ਕੌਣ ਹੈ? ਇੱਕ ਬੰਦਾ ਨਹੀਂ ਨਾ, ਪਾਰਟੀ ਮੇਨ ਹੈ। ਇਸੇ ਤਰ੍ਹਾਂ ਹੁਣ ਵੀ ਦੇਖ ਲਓ, ਚਰਨਜੀਤ ਸਿੰਘ ਚੰਨੀ ਚੀਫ ਮਿਨਿਸਟਰ ਬਣ ਗਏ। ਚੀਫ ਮਿਨਿਸਟਰ ਬਣ ਗਏ, ਵਿਚਾਰੇ ਦੇ ਲੱਤ ਨਹੀਂ ਇੱਥੇ ਲੱਗਣ ਦਿੱਤੀ। ਅਗਲੇ ਦਿਨ ਕਹਿੰਦੇ ਇੱਥੇ ਆ ਜਾਓ, ਮੰਤਰੀਆਂ ਦਾ ਡਿਸਾਈਡ ਕਰਨਾ। ਉਹ ਮੰਤਰੀਆਂ ਦਾ ਫਿਰ ਵੀ ਡਿਸਾਈਡ ਹੋ ਗਿਆ, ਫਿਰ ਆ ਗਿਆ ਵਾਪਸ। ਫਿਰ ਅਜੇ ਆਇਆ ਹੀ ਹੈ ਪਿੱਛੇ 12:30 ਵਜੇ, ਫਿਰ ਫੋਨ ਆ ਜਾਂਦਾ ਵੀ ਨਹੀਂ ਦੁਬਾਰਾ ਆਓ, ਅਜੇ ਰੌਲਾ ਪੈ ਗਿਆ ਹੋਰ, ਆਪਾਂ ਫਿਰ ਇਹ ਕਰਨਾ। ਤੇ ਉਹ ਬਾਰ-ਬਾਰ ਉੱਥੇ ਜਿਹੜੀਆਂ ਬਾਂਦਰ ਟਪੂਸੀਆਂ ਲਵਾ ਰਹੇ ਹੋ ਤੁਸੀਂ, ਕੀ ਦਰਸਾ ਰਹੇ ਹੋ? ਇਹ ਦਰਸਾ ਰਹੇ ਹੋ ਕਿ ਤਾਕਤ ਉੱਥੇ ਹੈ, ਤਾਕਤ ਇੱਥੇ ਨਹੀਂ। ਹਾਂ, ਦਿੱਲੀ 'ਚ ਹੈ ਜਾਂ ਗਾਂਧੀ ਪਰਿਵਾਰ ਕੋਲ ਹੈ ਜਾਂ ਜਿਹਦੇ ਕੋਲ ਵੀ ਤੁਸੀਂ ਲੈ ਕੇ ਚੱਲਦੇ ਹੋ ਉੱਥੇ ਹੈ। ਤੁਸੀਂ ਚੀਫ ਮਿਨਿਸਟਰ ਦਾ ਤਾਂ ਖਿਡੌਣਾ ਬਣਾਤਾ। ਫਿਰ ਉਹਨੇ ਕਹਿਤਾ ਵੀ ਇੱਕ AG ਲੱਗੂਗਾ ਜੀ, ਇੱਥੇ ਆ ਗਿਆ ਫਲਾਨਾ, ਉੱਥੋਂ ਬਦਲ ਕੇ ਇੱਕ ਹੋਰ ਨਵਾਂ AG ਭੇਜਤਾ ਵੀ ਇਹ, ਉਹ ਕਹਿੰਦਾ DGP ਆ ਲੱਗੂ, ਉਹ ਕਹਿੰਦੇ ਨਹੀਂ ਸਾਡੇ ਮੁਤਾਬਕ ਲੱਗੂ, ਉਹ ਕਹਿੰਦਾ ਫਲਾਨਾ ਅਫਸਰ ਆ ਲੱਗੂ। ਤਾਂ ਚੀਫ ਮਿਨਿਸਟਰ ਕੀ ਹੈ? ਚਿਹਰੇ ਦੇ ਤੌਰ ਤੇ, ਖਿਡੌਣੇ ਦੇ ਤੌਰ ਤੇ ਰੱਖਿਆ ਹੋਇਆ। ਔਰ ਜਿਹੜੇ ਤੁਸੀਂ ਚੀਜ਼ਾਂ ਕਰਦੇ ਹੋ, ਜੇ ਚੀਫ ਮਿਨਿਸਟਰ ਤੇ ਅਸਲਟ ਨਹੀਂ ਕਰਦੀ ਟੋਟਲ ਦੀ ਟੋਟਲ ਕਾਂਗਰਸ ਜਿਹੜੀ ਬੈਠੀ ਹੈ,
ਚਾਹੇ ਚਿਹਰਾ ਕੋਈ ਵੀ ਬਣਨਾ ਚਾਹੁੰਦਾ ਹੋਵੇ, ਜੇ ਉਹ ਜ਼ੁਬਾਨ ਨਹੀਂ ਨਿਕਲਦੀ ਆਪਣੀ ਹਾਈ ਕਮਾਂਡ ਦੇ ਸਾਹਮਣੇ, ਤਾਂ ਉਹ ਪੰਜਾਬ ਦੇ ਏਜੰਡੇ ਤੇ ਖੜ ਕੇ ਗੱਲ ਕਿਵੇਂ ਕਰ ਸਕਦੀ ਹੈ? ਪੰਜਾਬ ਦੇ ਏਜੰਡੇ ਤੇ ਅੱਗੇ ਲੋਕਾਂ ਦੇ ਲਈ ਕਿਵੇਂ ਕਹਿ ਸਕਦੀ ਹੈ ਕਿ ਤਾਂ ਦਿੱਲੀ ਨੇ ਕਰਨਾ ਸਭ ਕੁਝ, ਤਾਂ ਇਹ ਦਿੱਲੀ ਕਰ ਰਹੀ ਹੈ ਇਹ ਤੁਹਾਡੀ ਪਾਰਟੀ 'ਚ ਹੀ ਤਾਂ ਇਹ ਸਾਰਾ ਕੁਝ ਦਿੱਲੀ ਕਰ ਰਹੀ ਹੈ, ਜਾਂ ਤੁਹਾਡੀ ਪਾਰਟੀ ਦਿੱਲੀ ਦੇ ਨੈਕਸਟ ਅਕਾਲੀ ਦਲ ਦਾ ਲਾਸ ਕੀ ਸੀ? ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਸੀ ਬਹੁਤ ਵੱਡੀ ਪਹਿਲਾਂ, ਜਿਹਨੇ ਮੋਰਚੇ ਵੀ ਲਾਏ, ਜਿਹਨੇ ਬਾਕੀ ਪੰਜਾਬ ਦੇ ਲਈ ਅਨੰਦਪੁਰ ਸਾਹਿਬ ਦੇ ਮਤੇ ਤੇ ਮਤਲਬ ਕੁਰਬਾਨੀਆਂ ਵੀ ਕੀਤੀਆਂ, ਜੇਲ੍ਹਾਂ ਭਰੀਆਂ, ਐਮਰਜੈਂਸੀ ਦੇ ਲਈ 19 ਦੇ 19 ਮਹੀਨੇ ਮੋਰਚਾ ਲਾ ਕੇ ਰੱਖਿਆ, ਲੋਕ ਜੇਲ੍ਹਾਂ 'ਚ ਜਾਂਦੇ ਰਹੇ, ਜਿਹਦੇ ਕਰਕੇ ਅਕਾਲੀ ਦਲ ਐਂ ਲੱਗਦਾ ਸੀ ਕਿ ਇਹ ਵੱਡੇ ਦਾਇਰੇ 'ਚ ਵਿਚਰ ਰਿਹਾ, ਮਨੁੱਖੀ ਅਧਿਕਾਰਾਂ ਦੇ ਗੁਰੂਆਂ ਦੀ ਇੱਕ ਲਾਈਨ ਤੇ ਚੱਲ ਰਿਹਾ ਪਾਰਟੀ ਹੈ, ਤੇ ਇਸ ਲਈ ਲੋਕ ਇੰਨੇ ਜੁੜੇ ਹੋਏ ਸੀ। ਪਰ ਜਦੋਂ ਤੋਂ 1996 ਤੋਂ ਅਕਾਲੀ ਦਲ ਨੇ ਬੀਜੇਪੀ ਨਾਲ ਜੋਟੀ ਪਾ ਲਈ ਪੱਕੀ, ਨਾਲ ਇਹ ਕਹਤਾ ਅਨਕੰਡੀਸ਼ਨਲ ਸਪੋਰਟ ਹੈ, ਬਿਨਾਂ ਸ਼ਰਤ ਸਪੋਰਟ ਹੈ, ਤੇ ਅੱਜ ਤੱਕ ਅਕਾਲੀ ਦਲ ਦਾ ਸਿਰ ਉੱਚਾ ਨਹੀਂ ਹੋਇਆ ਕਿਤੇ ਵੀ ਖੜ ਕੇ। ਜਦੋਂ ਅਨਕੰਡੀਸ਼ਨਲ ਸਪੋਰਟ ਦਿੰਦੇ ਹੋ ਤਾਂ ਸਭ ਚੀਜ਼ਾਂ ਤੁਹਾਡੀਆਂ ਉਸ ਲੈਵਲ, ਅਨਕੰਡੀਸ਼ਨਲ ਕਦੇ ਕੋਈ ਕਿਸੇ ਨੂੰ ਕਰਦਾ? ਅਨਕੰਡੀਸ਼ਨਲ ਤਾਂ ਦੋ ਬਾਪ ਪੁੱਤ ਬਾਪ ਧੀ ਨਹੀਂ ਕਰਦੇ ਭਾਈ, ਜਿੱਥੇ ਤੇਰੀ ਗਲਤ ਗੱਲ ਲੱਗੂਗੀ ਮੈਂ ਟੋਕੂਗਾ। ਬੰਦਾ ਕਹਿੰਦਾ ਵੀ ਤੈਨੂੰ ਪੂਰੀ ਖੁੱਲ੍ਹ ਹੈ, ਕੋਈ ਗੱਲ ਨਹੀਂ, ਪਰ ਜਿੱਥੇ ਕਿਤੇ ਗਲਤੀ ਹੋਈ ਮੈਂ ਤੈਨੂੰ ਉਹ ਦੇਵਾਂਗਾ। ਤੇ ਇਹੋ ਜਿਹਾ ਪੋਲੀਟਿਕਸ 'ਚ ਹੁੰਦਾ। ਤੇ ਇੰਨੇ ਲੰਮੇ ਸਮੇਂ ਦੇ ਵਿੱਚ ਤੁਹਾਡੀ ਅਸਲਟ ਕਰਨ ਦੀ, ਤੁਹਾਡੀ ਖੜੇ ਹੋਣ ਦੀ, ਤੁਹਾਡੀ ਆਪਣੇ ਇੱਕ ਦੂਜੇ ਦੇ ਖਿਲਾਫ ਜੇ ਗਲਤ ਗੱਲ ਹੈ ਬੋਲਣ ਦੀ ਸਮਰੱਥਾ ਹੀ ਚਲੀ ਜਾਂਦੀ ਹੈ। ਇਸੇ ਤਰੀਕੇ ਨਾਲ ਅੰਦਰ ਹੈ ਹੁਣ, ਜਿਵੇਂ ਕਾਂਗਰਸ ਦਾ ਹਾਈ ਕਮਾਂਡ ਕਲਚਰ ਹੈ, ਅਕਾਲੀ ਦਲ ਦੇ ਵਿੱਚ ਵੀ ਪਿਛਲੇ ਦਿਨਾਂ 'ਚ ਤੁਹਾਡੇ ਯਾਦ ਹੋਣਾ ਜਦੋਂ ਸਿਕੰਦਰ ਸਿੰਘ ਮਲੂਕੇ ਨੂੰ ਟਿਕਟ ਦੀ ਬਜਾਏ ਜਗਮੀਤ ਬਰਾੜ ਨੂੰ ਦੇਤੀ ਸੀ ਮੌੜ ਤੋਂ ਟਿਕਟ, ਮਲੂਕੇ ਨੇ ਕੀ ਕਿਹਾ ਟੀਵੀ ਚੈਨਲਾਂ ਕੋਲੇ? ਉਹਨੇ ਗੁੱਸੇ 'ਚ ਬੰਦੇ ਤੋਂ ਕਈ ਵਾਰ ਸੱਚਾਈ ਨਿਕਲਦੀ ਹੈ ਵੀ ਸੁਖਬੀਰ ਤੇ ਬਾਦਲ ਵੱਡੇ ਬਾਦਲ ਸਾਹਿਬ ਦੇ ਕਾਰਗੁਜ਼ਾਰੀ 'ਚ ਬੜਾ ਫਰਕ ਹੈ। ਕਾਰਗੁਜ਼ਾਰੀ 'ਚ ਇਹ ਫਰਕ ਹੈ ਵੀ ਉਹ ਸਭ ਦੀ ਸਾਡੀ ਰਾਏ ਲੈ ਲੈਂਦੇ ਸੀ ਸੀਨੀਅਰ ਬੰਦਿਆਂ ਦੀ। ਹੁਣ ਤਾਂ ਕਹਿੰਦਾ ਚਾਹੇ ਕੋਰ ਕਮੇਟੀ ਵੀ ਹੋਵੇ ਉਹਦੇ 'ਚ ਕੈਂਡੀਡੇਟ ਕਿਹਨੂੰ ਬਣਾਉਣਾ ਕਦੇ ਚਰਚਾ ਹੀ ਨਹੀਂ ਹੁੰਦੀ, ਇਕੱਲਾ ਸੁਖਬੀਰ ਆਪਣੇ ਮਨ ਨਾਲ ਕਰਦਾ। ਇਹਦੇ ਤੋਂ ਕੀ ਮੈਸੇਜ ਲਾਇਆ ਜਾਏ? ਇੱਕ ਬੰਦੇ ਦੀ ਪਾਰਟੀ ਹੈ, ਇੱਕ ਬੰਦਾ ਡਿਕਟੇਟਰ ਹੈ, ਤੇ ਬਾਕੀ ਦੀ ਪਾਰਟੀ ਕੇਵਲ ਆਪਦੇ ਛੋਟੇ ਛੋਟੇ ਗੇਮ ਦੇ ਲਈ ਉਹਦੇ ਆਲੇ ਦੁਆਲੇ ਫਿਰਦੀ ਹੈ। ਕਿਸੇ 'ਚ ਜ਼ਰੂਰਤ ਨਹੀਂ ਕਹਿਣ ਦੀ ਕਿ ਡੈਮੋਕ੍ਰੇਸੀ ਕਿੱਥੇ ਹੈ। ਜਿਹੜੀ ਅੰਦਰੂਨੀ ਜਮਹੂਰੀਅਤ ਹੈ ਪਾਰਟੀਆਂ ਦੇ ਅੰਦਰ, ਹੁਣ ਕੇਜਰੀਵਾਲ ਆਏਗਾ, ਉਹ ਕਹਿੰਦੇ ਨੇ ਕੇਜਰੀਵਾਲ ਦਾ ਵਾਅਦਾ ਪੰਜਾਬੀਆਂ ਨਾਲ 300 ਯੂਨਿਟ ਬਿਜਲੀ। ਕੇਜਰੀਵਾਲ ਕੌਣ ਹੈ ਜੀ? ਪੰਜਾਬੀਆਂ ਦਾ ਵਾਅਦਾ? ਪੰਜਾਬ 'ਚੋਂ ਕੋਈ ਆਗੂ ਨਹੀਂ ਪੰਜਾਬੀਆਂ ਦਾ ਵਾਅਦਾ ਕਰੇ। ਇਹਦਾ ਮਤਲਬ ਅਗਲੀ ਜਿਹੜੀ ਸਰਕਾਰ ਹੋਏਗੀ ਉਹਦਾ ਜਿਹੜਾ ਚੀਫ ਮਿਨਿਸਟਰ ਬਣੇਗਾ, ਉਹਦੇ ਜਿਹੜੇ ਮਿਨਿਸਟਰ ਬਣਨਗੇ, ਉਹਨਾਂ ਦਾ ਵਾਅਦਾ ਨਹੀਂ ਪੰਜਾਬੀਆਂ ਦੇ ਨਾਲ। ਵਾਅਦਾ ਜਿਹਦੇ ਕੋਲ ਤਾਕਤ ਹੈ, ਡੋਰ ਹੈ ਉੱਪਰ ਕੇਜਰੀਵਾਲ ਦੇ ਕੋਲ, ਉਹ ਲਈ ਬੈਠਾ ਵਾਅਦਾ। ਤਾਂ ਇਹਨਾਂ ਤੋਂ ਕੀ ਉਮੀਦ ਹੈ? ਤਾਂ ਫਿਰ ਕਹਿ ਦੇਣਗੇ ਵੀ ਸਾਡੇ ਤਾਂ ਹੁਣ ਚੱਲਦੀ ਨਹੀਂ, ਅਸੀਂ ਕੀ ਕਰੀਏ। ਤੇ ਭਗਵੰਤ ਮਾਨ ਤਾਂ ਰੁੱਸ ਕੇ ਇਸੇ ਲਈ ਬੈਠਾ ਵੀ ਮੈਨੂੰ ਤੁਸੀਂ ਕਿਉਂ ਨਹੀਂ ਕਰਦੇ। ਜੇ ਭਗਵੰਤ ਮਾਨ ਰੁੱਸਿਆ ਬੈਠਾ, ਤੁਸੀਂ ਨਾ ਇੰਟਰਨਲ ਕੇਜਰੀਵਾਲ ਇੱਕ ਉਪਦੇਸ਼ ਦਿੰਦਾ 15 ਮਿੰਟਾਂ ਦਾ ਕਿ ਇਹ ਪਾਰਟੀ ਤਬਦੀਲੀ ਵਾਲੀ ਪਾਰਟੀ ਹੈ, ਇੱਥੇ ਉਹਦੇ ਲਈ ਜਿਹੜਾ ਕੋਈ ਆਊਗਾ ਉਹ ਹੋਣਾ ਹੀ ਨਹੀਂ ਚਾਹੀਦਾ, ਉਹਦਾ ਚੱਲ ਕੇ ਜਾਣਾ ਚਾਹੀਦਾ ਬੰਦੇ ਦੇ ਕੋਲ। ਉਸੇ ਦਿਨ ਜਿੱਦਣ ਉਪਦੇਸ਼ ਪਾਇਆ, ਆਪਦਾ ਸੰਵਿਧਾਨ ਬਦਲ ਕੇ ਮੈਂ ਤੀਜੀ ਵਾਰੀ ਵੀ ਕਨਵੀਨਰ ਵੀ ਹੈਗਾ ਤੇ ਮੈਂ ਦਿੱਲੀ ਦਾ ਮੁੱਖ ਮੰਤਰੀ ਵੀ ਹੈਗਾ, ਇੱਕ ਪਰਿਵਾਰ ਨੂੰ ਇੱਕ ਤੋਂ ਵੱਧ ਟਿਕਟਾਂ ਵੀ ਦਿੱਤੀਆਂ ਜਾ ਸਕਦੀਆਂ ਨੇ, ਸਭ ਕੁਝ ਬਦਲ ਦਿਓ। ਇਖਲਾਕ ਕਿੱਥੇ ਹੈ? 2012 ਵਿੱਚ ਨਹੀਂ ਗਿਆ ਸੀ ਇਹ। 2012 ਵਿੱਚ ਪਾਰਟੀ ਬਣਾਈ ਸੀ, ਉਸ ਸਮੇਂ ਕਨਵੀਨੀਅਰ ਤੇ ਮੁੱਖ ਮੰਤਰੀ ਕੋਲ ਦੋਨਾਂ ਕੋਲ ਇੱਕ ਹੀ ਹੋਣਾ ਸੀ ਉਹਦਾ। ਦੋਨਾਂ ਕੋਲ ਪਹਿਲਾ ਜਿਹੜਾ ਓਰੀਜਨਲ ਸੰਵਿਧਾਨ ਸੀ ਇੱਕੋ ਹੋਣਾ ਸੀ, ਪਹਿਲਾਂ ਤਾਂ ਉਹ ਬਦਲਿਆ। ਕੇਜਰੀਵਾਲ ਕਨਵੀਨਰ ਵੀ ਰਿਹਾ ਤੇ ਚੀਫ ਮਿਨਿਸਟਰ ਵੀ ਰਿਹਾ। ਨਹੀਂ, ਸ਼ੁਕਰਿੰਦਰ ਯਾਦਵ ਨੇ ਆਵਾਜ਼ ਉਠਾਈ ਸੀ ਤੁਸੀਂ ਦੋ ਦੇ ਕਿਉਂ ਲਏ ਨੇ, ਫਿਰ ਸੰਵਿਧਾਨ ਬਦਲਿਆ ਸੀ। ਨਹੀਂ, ਉਹੀ ਬਦਲ ਕੇ ਹੀ ਰੱਖਿਆ। ਜਦੋਂ ਚੀਫ ਮਿਨਿਸਟਰ ਬਦਲ ਗਏ ਤੁਸੀਂ ਰੱਖ ਕੇ, ਜਿਹੜੇ ਬੰਦਾ ਕੋਈ ਬੋਲਦਾ ਉਹਨੂੰ ਕੱਢ ਕੇ ਪਰਾਂ ਕਰਦੇ ਹੋ। ਮੈਂ ਇਹ ਪਾਰਟੀਆਂ ਦੇ ਨੇਚਰ ਦਾ ਸਵਾਲ ਹੈ, ਪਾਰਟੀਆਂ ਦੇ ਚਰਿੱਤਰ ਦਾ ਸਵਾਲ ਹੈ। ਇਹ ਚਰਿੱਤਰ ਇਹੋ ਜਿਹਾ ਬਣ ਗਿਆ ਕਿ ਇਹ ਪਾਰਟੀਆਂ ਕੋਲੇ ਹਾਈ ਕਮਾਂਡ ਕਲਚਰ, ਕਿਸੇ ਦਾ ਦਿੱਲੀ 'ਚ ਹੈ, ਕਿਸੇ ਦਾ ਚੰਡੀਗੜ੍ਹ ਹੈ, ਉਹ ਰਾਜ ਕਰ ਰਿਹਾ ਹੈ। ਉਹ ਲੋਕਾਂ ਨੂੰ ਕਹਿ ਰਿਹਾ ਹੈ ਕਿ ਅਸੀਂ ਜਮਹੂਰੀਅਤ ਦਿਆਂਗੇ, ਅਸੀਂ ਤੁਹਾਡੇ ਬਾਰੇ ਨਿਆਰੇ ਕਰਾਂਗੇ, ਅਸੀਂ ਤੁਹਾਨੂੰ ਇਹ ਦੇ ਸਕਦੇ ਹਾਂ। ਜਿਹੜੇ ਆਪਣੀ ਲੜਾਈ ਲੜਨ ਦੇ ਸਮਰੱਥ ਨਹੀਂ ਹੈ, ਜਿਹੜੇ ਆਪਣੀ ਪਾਰਟੀ 'ਚ ਜਮਹੂਰੀਅਤ ਲਾਗੂ ਕਰਾਉਣ ਦੇ ਸਮਰੱਥ ਨਹੀਂ ਹੈ, ਉਹ ਆਗੂ ਕਰਿੰਦੇ ਦੇ ਤੌਰ ਤੇ ਵਿਚਰ ਰਹੇ ਨੇ, ਉਹ ਲੀਡਰ ਦੇ ਤੌਰ ਤੇ ਵਿਚਰ ਹੀ ਨਹੀਂ ਰਹੇ, ਆਪਣੀ ਗੱਲ ਕਹਿਣ 'ਚ ਵੀ ਝਿਜਕ ਮਹਿਸੂਸ ਕਰਦੇ ਨੇ, ਤਾਂ ਉਹ ਆਗੂ ਪੰਜਾਬ ਦਾ ਪਾਰਨਤਾਰਾ ਕਿਵੇਂ ਕਰ ਸਕਦੇ ਨੇ? ਤੇ ਅਗਲੀ ਗੱਲ ਇਹ ਹੈ ਕਿ ਇਸੇ ਕਰਕੇ ਮੈਂ ਉਹ ਉਦਾਹਰਨ ਦਿੱਤੀ ਕਿ ਇਹਨਾਂ ਚਾਰਾਂ ਪਾਰਟੀਆਂ 'ਚੋਂ ਜਿਹੜੇ ਕਾਨੂੰਨ ਪਾਰਲੀਮੈਂਟ ਦੇ ਵਿੱਚ ਆਏ ਨੇ, ਉਹ ਪਾਰਲੀਮੈਂਟ ਦੇ ਵਿੱਚ ਜਿਹੜੇ ਕਾਨੂੰਨਾਂ ਨਾਲ ਦੇ ਉਹਨਾਂ ਨੇ ਵੋਟ ਪਾਉਣੀ ਸੀ ਜਾਂ ਉੱਥੇ ਚਰਚਾ ਕਰਨੀ ਸੀ, ਉਹ ਚਰਚਾ ਦੇ ਵਿੱਚ ਪੰਜਾਬ ਪੱਖੀ ਸਟੈਂਡ ਉਹਨਾਂ ਨੇ ਕਿਉਂ ਨਹੀਂ ਲਿਆ? ਫੈਡਰਲਿਜ਼ਮ ਪੱਖੀ। ਜਾਂ ਇਹ ਚਾਰੇ ਪਾਰਟੀਆਂ, ਚਾਰੇ ਗਰੁੱਪ, ਚਾਹੇ ਦੋ ਦਾ ਅਲਾਇੰਸ ਹੈ ਤੇ ਚਾਰੇ ਪਾਰਟੀਆਂ ਅੱਜ ਪੰਜਾਬ ਦੇ ਲੋਕਾਂ 'ਚ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਸਕਦੇ ਨੇ ਕਿ ਸਾਡਾ ਜਿਹੜਾ ਭਵਿੱਖ ਹੈ, ਅਸੀਂ ਕਾਰਪੋਰੇਟ ਵਿਕਾਸ ਦੇ ਮਾਡਲ ਨੂੰ ਚੁਣੌਤੀ ਦਿੰਦੇ ਹਾਂ, ਅਸੀਂ ਨਵੇਂ ਮਾਡਲ ਦੇ ਪੱਖ ਦੇ ਵਿੱਚ ਹਾਂ ਜਿਹੜਾ ਪੰਜਾਬ ਤੇ ਦੇਸ਼ ਦੀ ਮਿੱਟੀ 'ਚ ਉਭਰੇਗਾ, ਅਸੀਂ ਕਾਰਪੋਰੇਟ ਮਾਡਲ ਦੇ ਧੁਰ ਵਿਰੋਧੀ ਹਾਂ। ਇਹਨਾਂ 'ਚ ਹਿੰਮਤ ਹੈ ਕਿਸੇ ਵੀ ਪਾਰਟੀ 'ਚ ਇਹ ਕਹਿਣ ਦੀ ਕਿ ਮੈਂ ਉਹ ਮਾਡਲ ਦੇ ਖਿਲਾਫ ਹਾਂ?
ਤਾਂ ਕਿਸਾਨ ਕੀ ਕਹਿ ਰਹੇ ਵੀ ਇਹ ਮਾਡਲ ਦੇ ਵਿੱਚ ਤਾਂ ਸਾਰੇ ਇਕੱਠੇ ਹੀ ਨੇ। ਉਹ ਵਿਰੋਧ ਦੇ ਤੌਰ ਤੇ ਚਲੋ ਜੇ ਸਾਡੇ ਨਾਲ ਆਉਂਦਾ ਕੋਈ ਬੜੀ ਮਤਲਬ ਸਾਨੂੰ ਤਾਂ ਠੀਕ ਹੀ ਹੈ ਜਿੰਨਾ ਕੁ ਵੀ ਆਉਂਦਾ, ਪਰ ਕਾਰਪੋਰੇਟ ਵਿਕਾਸ ਦਾ ਮਾਡਲ ਜਿਹੜਾ ਡਾਕਟਰ ਮਨਮੋਹਨ ਸਿੰਘ ਤੋਂ ਸਟਾਰਟ ਹੋਇਆ ਤੇ ਉਹ ਮੋਦੀ ਉਹਨੂੰ ਨੰਗੇ ਚਿੱਟੇ ਰੂਪ ਦੇ ਵਿੱਚ ਲਾਗੂ ਕਰ ਰਿਹਾ ਹੈ, ਤਾਂ ਬਾਕੀ ਦੀਆਂ ਪਾਰਟੀਆਂ ਕੋਲ ਕੋਈ ਵੀ ਅਲਟਰਨੇਟਿਵ ਏਜੰਡਾ ਨਹੀਂ ਹੈ। ਜੇ ਉਹ ਬਦਲਵੇਂ ਏਜੰਡੇ ਤੇ ਦੇਸ਼ ਦੇ ਵਿੱਚ ਇੱਕ ਤਬਦੀਲੀ ਲਿਆਉਣੀ ਹੈ ਤਾਂ ਸਾਨੂੰ ਇੱਕ ਬਦਲਵਾਂ ਏਜੰਡੇ ਦੀ ਗੱਲ ਕਰਨੀ ਪਈ। ਉਹ ਬਦਲਵਾਂ ਏਜੰਡਾ ਕੀ ਹੈ? ਉਹ ਏਜੰਡੇ 'ਚ ਫੈਡਰਲਿਜ਼ਮ ਦੀ ਗੱਲ ਕਰਨੀ ਪਏਗੀ। ਉਸ ਏਜੰਡੇ 'ਚ ਲੋਕਾਂ ਨੂੰ ਤਾਕਤਵਰ ਬਣਾਉਣ ਦੀ ਆਹੀ 73ਵੀਂ 74ਵੀਂ ਸੋਧ ਦੀ ਵੀ ਗੱਲ ਕਰਨੀ ਪਏਗੀ। ਉਸ ਏਜੰਡੇ ਦੇ ਵਿੱਚ ਘੱਟੋ ਘੱਟ ਤੁਹਾਨੂੰ ਇਲੈਕਟੋਰਲ ਰਿਫਾਰਮਜ਼ ਦੀ ਵੀ ਗੱਲ ਕਰਨੀ ਪਏਗੀ, ਚੋਣ ਸੁਧਾਰਾਂ ਦੀ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਦੇਸ਼ 'ਚ ਕਹਿੰਦੇ ਨੇ ਇੱਕ ਕਾਨੂੰਨ ਹੈ, ਕੋਈ ਵੀ ਬੰਦੇ ਨੂੰ ਖੁੱਲ੍ਹ ਜੀ ਚੋਣ ਲੜ ਸਕਦੇ ਹੋ, ਤੇ ਇੱਕ ਬੰਦਾ 10 ਕਿਲੋ ਦੇ weight ਵਾਲਾ ਤੇ ਦੂਜਾ ਬੰਦਾ 90 ਕਿਲੋ ਦੇ weight ਵਾਲਾ, ਉਹਨੂੰ ਖਿਡਾਉਣਾ ਸ਼ੁਰੂ ਕਰ ਦਿਓ, 10 ਕਿਲੋ ਵਾਲੇ ਦੀ ਕੀ ਬਣੇਗੀ? ਦੇਸ਼ ਦੇ ਕਾਨੂੰਨ 'ਚ ਤੁਸੀਂ ਕਰਤਾ ਕਿ ਇੱਕ MP 70 ਲੱਖ ਰੁਪਏ ਤੱਕ ਖਰਚ ਕਰ ਸਕਦਾ ਤੇ ਇੱਕ MLA 40 ਲੱਖ ਰੁਪਏ ਤੱਕ ਖਰਚ ਕਰ ਸਕਦਾ। ਦੇਸ਼ ਦੀ 77% ਆਬਾਦੀ 80 ਉਹ ਲਾ ਲਓ ਲਗਭਗ, ਜਿਹੜੀ ਆਟਾ ਦਾਲ ਤੇ ਨਿਰਭਰ ਹੈ, ਮੰਨ ਲਓ ਆਟਾ ਦਾਲ ਲੈਣ ਦੇ ਲਈ ਵੀ ਲਾਈਨ ਦੇ ਵਿੱਚ ਹੈ, ਜਿਹੜੀ 20 ਰੁਪਏ ਤੋਂ ਘੱਟ ਤੇ ਗੁਜ਼ਾਰਾ ਕਰਦੀ ਹੈ ਰੋਜ਼ਾਨਾ, ਉਹ ਸੋਚ ਸਕਦੀ ਹੈ ਕਿ ਮੈਂ ਇਹ ਚੋਣ 'ਚ ਪਾਰਟੀਸਪੇਟ ਕਰ ਸਕਦਾ? ਜਿਹਦੇ ਮੁਕਾਬਲੇ ਇੰਨਾ ਇਹ ਗਿਣਤੀ ਤਾਂ ਉਹਦੇ ਤੇ ਹੈ 70 ਲੱਖ ਜਿਹੜਾ ਨਿੱਜੀ ਬੰਦਾ ਹੈ, ਉਹਦੀ ਪਾਰਟੀ ਕਿੰਨਾ ਖਰਚ ਕਰਦੀ ਹੈ ਉਹ ਤੇ ਕੋਈ ਲਿਮਟ ਨਹੀਂ, ਉਹ ਜਿੰਨਾ ਮਰਜ਼ੀ ਖਰਚ ਕਰੇ। ਤਾਂ ਧੂੜ 'ਚ ਰੁੜ ਜਾਂਦਾ ਉਹਦੀ ਜਿਹੜੀ ਐਡਵਰਟਾਈਜ਼ਮੈਂਟਾਂ ਦੀ ਧੂੜ 'ਚ ਤੇ ਗੱਡੀਆਂ ਦੀ ਧੂੜ 'ਚ ਰੁੜ ਜਾਂਦੀ ਹੈ ਛੋਟੀਆਂ ਤੇ ਆਮ ਪਾਰਟੀਆਂ ਤਾਂ, ਤੇ ਆਮ ਬੰਦਾ ਤਾਂ। ਇਸੇ ਕਰਕੇ ਆਮ ਬੰਦੇ ਸਿਆਸਤ ਤੋਂ ਦੂਰ ਕਿਉਂ ਹੋਏ? ਜਿਹੜਾ ਸਿਆਣੇ ਮਨੁੱਖ ਸੀ, ਜਿਹੜੇ ਐਕਟਿਵਿਸਟ ਸੀ, ਜਿਹੜੇ ਬਾਕੀ ਸੀ, ਉਹ ਕਹਿੰਦੇ ਵੀ ਇਹ ਇੱਕ ਹੋਰ ਟਾਈਪ ਦੀ ਖੇਡ ਹੈ, ਇਹ ਖੇਡ ਦੇ ਆਪਾਂ ਨਹੀਂ ਫਿੱਟ, ਆਪਾਂ ਨਹੀਂ ਇਹਦੇ ਜਿੱਤ ਸਕਦੇ। ਫਿਰ ਉਹ ਕੀ ਕਹਿੰਦੇ ਨੇ? ਇਦੋਂ ਬਾਅਦ ਉਹ ਉਹਨਾਂ ਕੋਲ ਇੱਕ ਨਜ਼ਰੀਆ ਬਣ ਜਾਂਦਾ ਵੀ ਦੇਖੋ ਲੋਕਾਂ ਨੇ ਸਾਨੂੰ ਵੋਟ ਪਾਈ ਹੈ, ਜੇ ਤੁਸੀਂ ਚੰਗੇ ਹੁੰਦੇ, ਤੁਹਾਡੀ ਗੱਲ ਠੀਕ ਹੁੰਦੀ, ਲੋਕ ਤੁਹਾਨੂੰ ਵੋਟ ਪਾ ਦਿੰਦੇ। ਤੁਸੀਂ ਗੇਮ ਆਪਣੀ ਬਣਾਈ, ਗੇਮ ਦੇ ਰੂਲ ਆਪਣੇ ਬਣਾਏ, ਤੇ ਉਹਨਾਂ ਰੂਲਾਂ ਦੇ ਮੁਤਾਬਕ ਦੂਜਾ ਬੰਦਾ ਜਿੱਤਣ ਲਈ ਸਪੇਸ ਹੀ ਨਹੀਂ ਛੱਡੀ। ਤੇ ਸਾਡੇ ਗਰੀਬ ਦੇਸ਼ਾਂ ਵਾਂਗ, ਮੈਂ ਪਹਿਲਾਂ ਵੀ ਕਈ ਵਾਰ ਐਗਜ਼ਾਮਪਲ ਦਿੱਤੀ, ਜਦੋਂ ਅਮੀਰ ਦੇਸ਼ਾਂ ਨੇ, ਅਸੀਂ ਹਾਕੀ ਖੇਡਦੇ ਸੀ, ਸਾਡੇ ਕੋਲ ਸ਼ਾਨਦਾਰ ਪਲੇਅਰ ਸੀ, ਲਗਾਤਾਰ ਜਿੱਤਦੇ ਰਹੇ 3-4 ਸਾਲ ਗੋਲਡ ਮੈਡਲ। ਜਦੋਂ ਅਮੀਰ ਦੇਸ਼ਾਂ ਨੇ ਕਰ ਲਿਆ ਕਿ ਇਹਦੇ ਬਦਲੋ, ਰੂਲ ਬਦਲੋ, ਆਪਾਂ ਐਂ ਤਾਂ ਕੰਮ ਨਹੀਂ ਕਰ ਸਕਦੇ, ਉਹਨਾਂ ਨੇ ਗੇਮ ਦੇ ਰੂਲ ਬਦਲੇ। ਉਹ ਕਹਿੰਦੇ ਵੀ ਅੱਗੇ ਨੂੰ ਓਲੰਪਿਕ ਐਸਟ੍ਰੋਟਰੈਫ ਮੈਦਾਨ ਤੇ ਹੋਊਗਾ। ਸਾਡੇ ਵਰਗੇ ਗਰੀਬ ਦੇਸ਼ਾਂ ਕੋਲ ਐਸਟ੍ਰੋਟਰੈਫ ਨਹੀਂ ਸੀ, ਕਿੱਥੇ ਖੇਡਦੇ ਬੱਚੇ ਜਾ ਕੇ? ਉਦੋਂ ਤੋਂ ਪੰਜਾਬ ਹਾਕੀ 'ਚ ਪਛੜਦਾ ਜਾ ਰਿਹਾ, ਦੇਸ਼ ਹਾਕੀ 'ਚ ਪਛੜਦਾ ਜਾ ਰਿਹਾ। ਜਦੋਂ ਤੁਸੀਂ ਉਹ ਚੀਜ਼ਾਂ ਬਣਾ ਦਿੰਦੇ ਹੋ, ਇੱਕ ਲੈਵਲ ਬਣਾ ਦਿੰਦੇ ਹੋ ਇਹੋ ਜਿਹਾ ਕਿ ਤੁਸੀਂ ਉੱਥੇ ਜਾ ਕੇ ਖੇਡੇਗਾ। ਹੁਣ ਜੇ ਪਿੰਡ ਤੇ ਸ਼ਹਿਰ ਦੀ ਗੱਲ ਕਰੀਏ, ਪਿੰਡ ਦੇ ਵਿੱਚ ਜਿਹੜਾ ਖੇਡਦਾ ਬੱਚਾ, ਨਾ ਉਹਦੇ ਕੋਲ ਕੋਈ ਗਰਾਊਂਡ ਹੈ, ਨਾ ਉਹਦੇ ਕੋਲ ਕੋਚ ਹੈ, ਨਾ ਕੋਈ ਤੋਂ ਬਾਕੀ ਦੇ ਨਾਲ ਕਿਵੇਂ ਉਹ ਕਰੂਗਾ? ਫੈਡਰਲਿਜ਼ਮ ਦੇ ਪੱਖ ਦੇ ਵਿੱਚ ਵੀ ਜੇ ਐਗਜ਼ਾਮਪਲ ਹੁਣੇ ਅਜੇ ਤਾਮਿਲਨਾਡੂ ਦੀ ਸਰਕਾਰ ਨੇ, ਚੀਫ ਮਿਨਿਸਟਰ ਨੇ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਨੀਟ ਦੇ ਬਾਰੇ, ਕਿ ਜਿਹੜੇ PMT ਦੇ ਟੈਸਟ ਹੁੰਦੇ ਨੇ, ਮੈਡੀਕਲ ਕੋਰਸਾਂ ਦੇ ਵਿੱਚ ਬੰਦੇ ਜਾਂਦੇ ਨੇ, ਦਾਖਲਾ ਟੈਕਸ ਨੇ, ਅਸੀਂ ਤਾਮਿਲਨਾਡੂ 'ਚ ਲਵਾਂਗੇ, ਅਸੀਂ ਆਲ ਇੰਡੀਆ 'ਚ ਨਹੀਂ ਦੇਵਾਂਗੇ। ਕਿਉਂ? ਉਹਨਾਂ ਨੇ ਇੱਕ ਸਟੱਡੀ ਕਰਾਈ ਹੈ, ਇੱਕ ਅਧਿਐਨ ਕਰਾਇਆ ਬਕਾਇਦਾ, ਬਹੁਤ ਮਾਹਰਾਂ ਦੇ ਥਰੂ। ਉਹ ਕਹਿੰਦੇ ਜਦੋਂ ਤੋਂ ਇਹ ਪੈਦਾ ਹੋ ਗਿਆ, ਸਾਡੇ ਤਾਂ ਬੰਦੇ ਆ ਹੀ ਨਹੀਂ ਰਹੇ, ਸਾਡੀ ਤਾਂ ਪਰਸੈਂਟੇਜ ਘਟ ਗਈ ਕਿੰਨੀ ਜ਼ਿਆਦਾ। ਉਹਦਾ ਕਾਰਨ ਇਹ ਹੈ, ਕੁਝ ਬੱਚੇ ਚੰਡੀਗੜ੍ਹ ਦੇ ਵਿੱਚ ਕੋਚਿੰਗ ਲੈ ਰਹੇ ਨੇ, ਕੁਝ ਬੱਚੇ ਦਿੱਲੀ ਬੰਬੇ ਕੋਚਿੰਗ ਲੈ ਰਹੇ ਨੇ, ਮਦਰਾਸ ਕੋਚਿੰਗ ਲੈ ਰਹੇ ਨੇ, ਇੱਕ ਬੱਚਾ ਛੋਟੇ ਛੋਟੇ ਕਸਬਿਆਂ 'ਚ ਰਹਿ ਰਹੇ ਨੇ, ਉਹਨਾਂ ਨੂੰ ਤਾਂ ਆਉਣ ਦਾ ਮਤਲਬ ਹੀ ਨਹੀਂ ਕੋਈ। ਜਿੱਥੇ ਜਿਹੋ ਜਿਹਾ ਪੜ੍ਹ ਰਹੇ ਨੇ, ਜਿਹੜੇ ਸਟੈਂਡਰਡ 'ਚ ਪੜ੍ਹ ਰਹੇ ਨੇ, ਜਿਹੜੀਆਂ ਸੁਵਿਧਾਵਾਂ ਜਿੱਥੇ ਮਿਲ ਰਹੀਆਂ ਨੇ, ਆਲ ਇੰਡੀਆ ਦਾ ਐਡਾ ਵੱਡਾ ਕਲਚਰ ਹੈ, ਕੋਈ ਕਿਤੇ ਹੈ, ਕੋਈ ਕਿਤੇ ਹੈ, ਬਖਰੇਵੇਂ ਨੇ, ਬੰਨ ਸਬੰਨਤਾਵਾਂ ਨੇ। ਇਸੇ ਕਰਕੇ, ਪਰ ਕਿਉਂਕਿ ਸਾਂਝੀ ਸੂਚੀ 'ਚ ਰਾਸ਼ਟਰਪਤੀ ਉਹਨੂੰ ਮਾਨਤਾ ਦਿੰਦਾ ਜਾਂ ਨਹੀਂ ਦਿੰਦਾ, ਹੁਣ ਅਜੇ ਤੱਕ ਪਤਾ ਨਹੀਂ। 2017 ਤੱਕ ਰਾਜ ਹੀ ਲੈਂਦੇ ਸੀ ਡਾਕਟਰਾਂ ਦਾ ਟੈਸਟ। ਉਦੋਂ ਬਾਅਦ ਹੁਣ 2017 ਤੋਂ ਬਾਅਦ, ਜਾਂ ਤਾਂ ਤੁਸੀਂ ਕਹੋ ਵੀ ਹੁਣ ਟੈਸਟ ਨਾਲ ਪਤਾ ਨਹੀਂ ਕੀ ਹੋ ਗਿਆ, ਦੇਸ਼ ਬਦਲਤਾ ਸੀ। ਇਹ ਜਿਹੜਾ ਤਰੀਕਾ ਸੈਂਟਰਲਾਈਜੇਸ਼ਨ ਦਾ, ਟੈਸਟ ਵੀ ਇੱਕ ਕਰ ਦਿਓ, ਕੱਲ੍ਹ ਨੂੰ ਦੂਜੇ ਟੈਸਟ ਵੀ ਇੱਕ ਹੋ ਜਾਣਗੇ। ਉਹਦੇ ਨਾਲ ਜਿਹੜੇ ਜਨਰਲ ਲੋਕ ਨੇ, ਜਿਹੜੇ ਪਿੰਡਾਂ 'ਚ ਰਹਿਣ ਵਾਲੇ ਨੇ, ਜਿਹੜੇ ਗਰੀਬ ਬੰਦੇ ਨੇ, ਜਿਹੜੇ ਮੇਨ ਸਿਟੀ ਤੋਂ ਆਮਦਨ ਦੇ ਤੌਰ ਤੇ ਦੂਰ ਨੇ, ਉੱਥੇ ਨਹੀਂ ਲੈ ਸਕਦੇ, ਉਹ ਸਭ ਨੂੰ ਕੱਢ ਦੋਗੇ ਤੁਸੀਂ। ਤਾਂ ਕਾਮਯਾਬ ਬੰਦੇ ਕਿਹੜੇ ਰਹਿ ਜਾਣਗੇ? ਕਾਮਯਾਬ ਬੰਦੇ ਉਹ ਰਹਿਣਗੇ ਜਿਹੜਿਆਂ ਨੂੰ ਮੌਕੇ ਜ਼ਿਆਦਾ ਉਸ ਮਾਮਲੇ ਦੇ ਵਿੱਚ ਮਿਲਦੇ ਨੇ। ਇਹਦਾ ਮਤਲਬ ਇਹ ਨਹੀਂ ਹੋ ਗਿਆ ਉਹ ਨਲਾਇਕ ਨੇ, ਜਿਹੜੇ ਚੋਣਾਂ ਹਾਰ ਜਾਂਦੇ ਨੇ ਇਸ ਸਿਸਟਮ 'ਚ। ਇਹਦਾ ਮਤਲਬ ਇਹ ਨਹੀਂ, ਕਿਉਂਕਿ ਚੋਣਾਂ ਹੁਣ ਮੈਨੇਜਮੈਂਟ ਬਣਾ ਦਿੱਤੀਆਂ ਗਈਆਂ ਨੇ, ਇੱਕ ਮੈਕੈਨਿਜ਼ਮ ਬਣ ਗਿਆ। ਉਹ ਮੈਨੇਜਮੈਂਟ ਲਈ ਫਿਰ ਪ੍ਰਸ਼ਾਂਤ ਕਿਸ਼ੋਰ ਆਉਂਦਾ, ਉਹ ਮੈਨੇਜਮੈਂਟ ਲਈ ਉਹੋ ਜਿਹੇ ਬੰਦੇ ਆਉਂਦੇ ਨੇ। ਹੁਣ ਪੋਲੀਟਿਕਸ ਦੇ ਆਧਾਰ ਤੇ ਚੋਣ ਥੋੜ੍ਹੀ ਲੜੀ ਜਾ ਰਹੀ ਹੈ ਕਿ ਮੇਰਾ ਇਹ ਮੁੱਦਾ ਤੇ ਮੈਂ ਇਹਨੂੰ ਕਰੂੰਗਾ, ਮੈਂ ਲੋਕਾਂ 'ਚ ਜਾ ਕੇ ਅਪੀਲ ਕਰਦਾ। ਕਰੋੜਾਂ ਰੁਪਏ ਤੇ ਹਾਇਰ ਕੀਤੇ ਗਏ ਏਜੰਟ ਨੇ, ਜਿਹੜੇ ਏਜੰਟ ਦੱਸਦੇ ਨੇ ਕਿ ਲੋਕਾਂ ਨੂੰ ਠੱਬੀ ਕਿਵੇਂ ਲਾਉਣੀ ਹੈ, ਮੈਨੇਜਮੈਂਟ ਕਿਵੇਂ ਕਰਨੀ ਹੈ। ਉਹ ਸਾਰੀਆਂ ਚੀਜ਼ਾਂ ਨਾਲ ਦੇਸ਼ ਦਾ ਭਲਾ ਨਹੀਂ ਹੋਣਾ ਉਸ ਪਾਸੇ ਵੱਲ। ਇਸੇ ਕਰਕੇ ਜਿਹੜੇ ਇਹ ਸਵਾਲ ਨੇ, ਫੈਡਰਲਿਜ਼ਮ ਦਾ ਸਵਾਲ ਹੈ, ਲੋਕਾਂ ਦੀ ਇੰਪਾਵਰਮੈਂਟ ਦਾ ਸਵਾਲ ਹੈ, ਇਹਨਾਂ ਸਾਰੀਆਂ ਪਾਰਟੀਆਂ 'ਚ ਕੋਈ ਉਹ ਪਾਰਟੀ ਕਹਿ ਸਕਦੀ ਹੈ ਕਿ ਅਸੀਂ ਨੇਬਰਹੁੱਡ ਸਕੂਲ ਲਾਗੂ ਕਰਾਂਗੇ ਸਕੂਲ ਦੇ ਵਿੱਚ,
ਜਿਹੜਾ ਅਮੀਰ ਗਰੀਬ ਜਿਹਦਾ ਵੀ ਬੱਚਾ ਜਿਹੜੀ ਲੋਕੈਲਿਟੀ ਦੇ ਵਿੱਚ ਰਹਿੰਦਾ ਉਸੇ ਸਰਕਾਰੀ ਸਕੂਲ 'ਚ ਪੜ੍ਹੂਗਾ। ਕਹਿਣ ਦੇ ਤੌਰ ਤੇ ਵੀ ਕਹਿ ਸਕਦੇ ਨੇ, ਬਾਕੀ ਤਾਂ ਛੱਡੋ, ਅਮਲ ਕਰਨਾ ਤਾਂ ਦੂਰ ਦੀ ਗੱਲ ਹੈ। ਤੇ ਇਹਦੇ 'ਚ ਇੱਕ ਸਵਾਲ ਹੋਰ ਹੈ ਕਿ ਇਹਨਾਂ 'ਚੋਂ ਕੋਈ ਕਹਿ ਸਕਦਾ ਕਿ ਅਸੀਂ ਪਾਕਿਸਤਾਨ ਨਾਲ ਦੋਸਤੀ ਚਾਹੁੰਦੇ ਹਾਂ, ਲੜਾਈ ਨਹੀਂ ਚਾਹੁੰਦੇ? ਨਵਜੋਤ ਸਿੱਧੂ ਇਹੀ ਤਾਂ ਕਹਿੰਦੇ ਨੇ। ਨਹੀਂ, ਜਦੋਂ ਚਾਹੁੰਦੇ, ਨਵਜੋਤ ਸਿੱਧੂ ਕਹਿੰਦਾ ਨਾ ਪਾਰਟੀ ਤੋਂ ਕਹਾ ਕੇ ਦਿਖਾਏ। ਜਿੱਦਣ ਪਾਰਟੀ ਕਹੂਗੀ ਉਦੋਂ ਇੰਡੀਵਿਜੂਅਲ ਨੂੰ ਕੌਣ ਪੁੱਛਦਾ? ਨਵਜੋਤ ਅੱਜ ਹੈ, ਕੱਲ੍ਹ ਨੂੰ ਨਹੀਂ ਰਹੇਗਾ। ਤੇ ਤਾਂ ਹੁਣ ਵੀ ਸੁਣਿਆ ਕਿ ਚੰਨੀ ਨਾਲ ਨਾਰਾਜ਼ਗੀ ਸਟਾਰਟ ਹੋ ਗਈ ਹੈ, ਕਿਉਂਕਿ ਲੱਗਣ ਲੱਗ ਗਿਆ ਕਿ ਗੜਬੜ ਹੋ ਸਕਦੀ। ਸਿੱਧੂ ਦੇ ਏਜੰਡੇ ਠੀਕ ਨੇ ਫਿਰ ਜੋ ਕਹਿੰਦੇ ਨੇ ਪਾਕਿਸਤਾਨ ਦੇ ਨਾਲ ਦੋਸਤੀ ਹੋਣੀ ਚਾਹੀਦੀ ਹੈ, ਵਪਾਰ ਹੋਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਦਾ ਏਜੰਡਾ ਠੀਕ ਹੈ, ਤੁਸੀਂ ਕਹਿ ਦਿਓ ਵੀ ਪਾਰਟੀ ਕਹਾ ਕੇ ਦਿਖਾਈ। ਜੇ ਪਾਰਟੀ ਨਹੀਂ ਕਹਿੰਦੀ, ਕੱਲ ਨਵਜੋਤ ਸਿੰਘ ਸਿੱਧੂ ਜਦੋਂ ਮੰਨ ਲਓ ਵੀ 2022 ਵਿੱਚ ਸੀਐਮ ਬਣ ਗਏ, ਉਹ ਕੰਮ ਕਰ ਲੈਣਗੇ ਜੋ ਕਹਿੰਦੇ ਪਏ ਨੇ ਅੱਜ? ਮਤਲਬ ਇਹ ਕੋਈ ਨਹੀਂ ਨਾ, ਕਿਸੇ ਇੰਡੀਵਿਜੂਅਲ ਆਦਮੀ ਦੀ ਪਾਰਟੀ ਤੋਂ ਜ਼ਿਆਦਾ ਮੈਂ ਕਹਿੰਦਾ ਉਹ ਪ੍ਰਾਈਮ ਮਿਨਿਸਟਰ ਵੀ ਬਣ ਜਾਏ, ਉਹਦੀ ਵੀ ਕੋਈ ਔਕਾਤ ਨਹੀਂ ਹੈ। ਕੀ ਕਰ ਦੂਗਾ ਉਹ? ਜਾਂ ਤਾਂ ਬਦਲੇ ਪਾਰਟੀ ਦੀ ਮੁਹਾਂਦਰਾ, ਪਾਰਟੀ ਦੀ ਮਾਨਸਿਕਤਾ ਬਦਲੇ, ਪਾਰਟੀ ਉਹਦੇ ਮੁਤਾਬਕ ਚੱਲੇ। ਪਾਰਟੀ ਤਾਂ ਦਿੱਲੀ ਮੁਤਾਬਕ ਚੱਲਦੀ ਹੈ, ਤੇ ਪਾਰਟੀ ਤਾਂ ਉਹ ਉੱਥੇ ਜਾ ਜਾ ਕੇ ਨਤਮਸਤਕ ਹੁੰਦੇ ਨੇ ਰੋਜ਼। ਅਮਰਿੰਦਰ ਸਿੰਘ ਨੂੰ ਕਿਵੇਂ ਲਾਇਆ? ਆਪਦੇ ਦਮ ਤੇ ਲਾਇਆ ਜਾਂ ਦਿੱਲੀ ਦੀ ਸ਼ਰਨ 'ਚ ਜਾ ਕੇ ਲਾਇਆ? ਪਾਰਟੀ 'ਚ ਹਾਈ ਕਮਾਂਡ ਕਲਚਰ ਮਜ਼ਬੂਤ ਹੋਇਆ ਜਾਂ ਕਮਜ਼ੋਰ ਹੋਇਆ? ਨਵਜੋਤ ਸਿੱਧੂ ਦੇ ਆਉਣ ਨਾਲ ਹਾਈ ਕਮਾਂਡ ਕਲਚਰ ਮਜ਼ਬੂਤ ਹੋਇਆ ਜਾਂ ਕਮਜ਼ੋਰ ਹੋਇਆ? ਤੇ ਜੇ ਉਹ ਮਜ਼ਬੂਤ ਹੋਇਆ ਹਾਈ ਕਮਾਂਡ ਕਲਚਰ, ਤਾਂ ਫੈਡਰਲਿਜ਼ਮ ਦੇ ਉੱਤੇ ਮੈਂ ਲੜਾਈ ਲੜ ਲੂੰਗਾ, ਮੈਂ ਫਲਾਨੀ ਚੀਜ਼ ਕਰ ਦੂੰ, ਕਿਵੇਂ ਹੋ ਜਾਊਗਾ? ਕਿਵੇਂ ਸੰਭਵ ਹੈ? ਜਾਂ ਅੱਜ ਹੀ ਅੜ ਕੇ ਖੜੋ, ਤੁਸੀਂ ਕਹੋ ਡਿਫਰ ਕਰੋ ਉਹਨਾਂ ਚੀਜ਼ਾਂ ਤੇ, ਫਿਰ ਓਪਨਲੀ ਡਿਫਰ ਕਰੋ ਤੇ ਆਪਣੀਆਂ ਗੱਲਾਂ ਚਲਾਓ। ਉਹ ਤਾਂ ਕਹਿੰਦੇ ਨੇ ਵੀ ਮੈਂ ਤਾਂ ਗੱਲ ਕਰਦਾ ਦੇ ਪਾਰਟੀ ਨੂੰ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਨੂੰ ਮਿਲਦਾ, ਸੋਨੀਆ ਗਾਂਧੀ ਨੂੰ ਮਿਲਦਾ, ਪਰ ਕਹਿੰਦੇ ਮੈਂ ਚੀਜ਼ਾਂ ਦੱਸਦਾ ਹੁੰਨਾ, ਪਰ ਕਿੰਨੀ ਕੁ ਅਮਲ ਕਰਨੀ ਹੈ ਬਾਕੀ ਮੀਟਿੰਗ ਹੀ ਤੈਅ ਹੁੰਦਾ। ਇੱਕ ਪਾਸੇ ਕਹਿ ਦਿੰਦੇ ਨੇ, ਦੂਜੇ ਪਾਸੇ ਨਿਕਲ ਜਾਂਦੇ ਨੇ ਮੀਟਿੰਗ ਦਾ ਨਾਮ ਲੈ ਕੇ। ਨਹੀਂ, ਦੱਸਦੇ ਰਹੋ। ਫਿਰ ਤੁਹਾਡਾ ਬੌਸ ਕਿਤੇ ਹੋਰ ਨੇ ਨਾ, ਤੁਹਾਡੇ 'ਚ ਇੰਨੀ ਹਿੰਮਤ ਨਹੀਂ ਕਿ ਇੰਡੀਪੈਂਡੈਂਟ ਪਾਰਟੀ ਬਣਾ ਲਓਗੇ ਜਾਂ ਉਸੇ ਪਾਰਟੀ ਨੂੰ ਕੋਈ ਸੁਧਾਰ ਲਓਗੇ, ਕਿਉਂਕਿ ਪਾਰਟੀ 'ਚ ਕਲਚਰ ਹੋਰ ਹੈ। ਤੇ ਤੁਹਾਨੂੰ ਵੀ ਕੋਈ ਪ੍ਰੋਬਲਮ ਨਹੀਂ, ਤੁਸੀਂ ਵੀ ਆ ਕੇ ਪੰਜਾਬ ਦੇ ਵਿੱਚ ਕੇਵਲ ਚੀਫ ਮਿਨਿਸਟਰ ਬਣਨ ਦਾ ਇੱਕ ਮਾਈਂਡ ਸੈੱਟ ਹੈ, ਤਾਂ ਆ ਕੇ ਇਹ ਗੱਲ ਕਰ ਰਹੇ ਹੋ। ਜਦੋਂ ਬੀਜੇਪੀ ਆਏ ਜੇ ਹਿੰਦੂਤਵ ਪੋਲਿਟਿਕਸ ਤੇ ਚੱਲਦੀ ਸੀ, ਜਿਹਦੇ 'ਚ 3 ਵਾਰ ਮੈਂਬਰ ਪਾਰਲੀਮੈਂਟ ਰਹੇ ਹੋ, ਉਦੋਂ ਤਾਂ ਕੋਈ ਪਾਕਿਸਤਾਨ ਦੀ ਗੱਲ ਨਹੀਂ ਸੀ ਕਿ ਇਹਦੇ ਨਾਲ ਦੋਸਤੀ ਚਾਹੀਦੀ ਹੈ ਫਲਾਨਾ। ਉਦੋਂ ਬੀਜੇਪੀ ਦੀ ਟਰਮ 'ਚ ਮੈਂ ਉਵੇਂ ਬੋਲੂੰਗਾ। ਤੇ ਜਦੋਂ ਆਮ ਆਦਮੀ ਪਾਰਟੀ ਆਉਂਦੇ, ਉਹਦੇ ਨਾਲ ਜਿਹੜੇ ਬੰਦੇ ਨੂੰ ਅਪਰੋਚ ਦੇ ਤੌਰ ਤੇ ਕਿਸੇ ਸਿਆਸਤ ਨਾਲ ਕੋਈ ਵਿਰੋਧ ਹੈ ਨਹੀਂ, ਉਹ ਲੋਕਾਂ ਨੇ ਕੱਢ ਕੇ ਪਾਇਆ ਨਾ ਚਾਰ ਬੰਦਿਆਂ ਦੇ ਬਾਰੇ, ਉਹੀ ਸੇਮ ਸ਼ੇਅਰ, ਜਿਹੜੇ ਸੋਨੀਆ ਗਾਂਧੀ ਬਾਰੇ ਵੀ, ਜਿਹੜੇ ਮੋਦੀ ਬਾਰੇ ਵੀ, ਜਿਹੜੇ ਵੱਖ-ਵੱਖ ਬੰਦਿਆਂ ਬਾਰੇ ਜਿਹਦੇ ਬਾਰੇ ਵੀ ਚੱਲੇ, ਤਾਂ ਤੁਸੀਂ ਉਹੀ ਚੀਜ਼ਾਂ ਰੱਟ ਕੇ ਸਭ ਦੇ ਬਾਰੇ ਇੱਕੋ ਜਿਹਾ ਸੋਚ ਕੇ ਕਹਿ ਸਕਦੇ ਹੋ, ਤਾਂ ਤੁਸੀਂ ਪਰਫਾਰਮਰ ਤਾਂ ਹੋ ਸਕਦੇ ਹੋ, ਸਟੇਜ ਪਰਫਾਰਮਰ। ਤੁਸੀਂ ਸੀਰੀਅਸ ਪੋਲੀਟੀਸ਼ੀਅਨ ਨਹੀਂ ਹੋ ਸਕਦੇ। ਸੀਰੀਅਸ ਪੋਲੀਟੀਸ਼ੀਅਨ ਜੇ ਉਹ 3 ਵਾਰ MP ਰਿਹਾ ਤੇ ਪਾਰਲੀਮੈਂਟ 'ਚ ਇੱਕ ਵੀ ਗੱਲ ਕਦੇ ਕੀਤੀ ਹੋਵੇ ਇਸ ਟਾਈਮ ਦੀ, ਜਾਂ ਫੈਡਰਲਿਜ਼ਮ ਦੀ ਜਾਂ ਪਾਕਿਸਤਾਨ ਨਾਲ ਦੋਸਤੀ ਦਾ ਸਵਾਲ ਸੀ, ਅਸੈਂਬਲੀ 'ਚ ਕੀਤੀ ਹੋਵੇ, ਇਹ ਤੋਂ ਪਹਿਲਾਂ ਵੀ ਅਸੈਂਬਲੀ 'ਚ ਤੁਸੀਂ ਆਉਂਦੇ ਹੀ ਨਹੀਂ, ਉਦੋਂ ਬਾਅਦ ਜੇਕਰ ਉਹ ਚੀਜ਼ਾਂ ਨਹੀਂ ਕਰਦੇ, ਤੁਹਾਡਾ ਕਿਰਦਾਰ ਕੰਟੀਨਿਊਟੀ 'ਚ ਵਿਚਰਦਾ। ਤੁਹਾਨੂੰ ਜੇ ਤਾਂ ਉਹਦਾ ਮੇਰੇ ਤਾਂ ਤੁਸੀਂ ਆਉਂਦੇ, ਨਹੀਂ ਤਾਂ ਬਾਹਰ ਨਹੀਂ ਨਿਕਲਦੇ, ਉਸ ਪੱਧਰ ਦੇ ਉੱਤੇ ਨਹੀਂ ਕਰਦੇ। ਤੁਹਾਨੂੰ ਇਹਨਾਂ ਗੱਲਾਂ 'ਤੇ ਵੀ ਸੋਚਣਾ ਚਾਹੀਦਾ। ਮੈਨੂੰ ਇਹ ਲੱਗਦਾ ਕਿ ਜਦੋਂ ਸਾਡੇ ਪ੍ਰੋਬਲਮ ਇਹ ਆ ਗਈ, ਕਿਉਂਕਿ ਪੰਜਾਬ 'ਚ ਕੋਈ ਸੀਰੀਅਸ ਪੋਲੀਟਿਕਸ ਹੋ ਨਹੀਂ ਰਹੀ, ਪੰਜਾਬ 'ਚ ਸੀਰੀਅਸ ਅਲਟਰਨੇਟਿਵ ਉਸ ਲੈਵਲ ਦਾ ਕੋਈ ਆ ਨਹੀਂ ਰਿਹਾ, ਫਿਰ ਅਸੀਂ ਬੰਦਿਆਂ ਤੋਂ ਉਮੀਦ ਲਾਉਣਾ ਸ਼ੁਰੂ ਕਰਦੇ ਹਾਂ, ਕੱਲੇ ਤੋਂ ਵੀ। ਚੱਲ ਜੀ ਇਹ ਕਹਿ ਰਿਹਾ ਹੈ, ਚਲੋ ਨਾ ਨਾਲੋਂ ਤਾਂ ਠੀਕ ਹੀ ਆ। ਅੱਜ ਕੱਲ੍ਹ ਵੀ ਲੋਕ ਇਹ ਕਹਿੰਦੇ ਨੇ, ਚੰਨੀ ਬਾਰੇ ਵੀ ਤਾਂ ਇਹ ਕਹਿਣ ਹੀ ਲੱਗੇ ਕਿ ਦੂਜੇ ਤਾਂ ਮਿਲਦੇ ਨਹੀਂ ਸੀ, ਇਹਨੇ ਘੱਟੋ ਘੱਟ ਸਿਕਿਉਰਿਟੀ ਆਪਦੀ ਘੱਟ ਕੀਤੀ, ਇਹ ਜਿੱਥੇ ਕਰਕੇ ਮਿਲ ਤਾਂ ਜਾਂਦਾ ਲੋਕਾਂ ਨੂੰ, ਡਾਇਰੈਕਟ ਮਿਲਦਾ, ਗੁੱਡਵਿਲ ਬਣ ਰਹੀ ਹੈ ਨਾ ਇਸੇ ਗੱਲ ਕਰਕੇ। ਇਹ ਗੱਲਾਂ ਨਾਲ ਤਾਂ ਗੁੱਡਵਿਲ ਬਣਦੀ ਹੈ, ਸਿੰਬੋਲਿਕ ਗੱਲਾਂ ਨੇ, ਚੰਗਾ। ਪਰ ਇਹਦੇ ਨਾਲ ਪੰਜਾਬ ਬਦਲ ਜਾਏਗਾ, ਜਾਂ ਪੰਜਾਬ ਦਾ ਏਜੰਡਾ ਬਦਲ ਜਾਏਗਾ, ਜਾਂ ਪੰਜਾਬ ਦੇ ਭਵਿੱਖ ਦਾ ਇੱਕ ਨਕਸ਼ਾ ਤੈਅ ਹੋ ਜਾਏਗਾ, ਉਹ ਨਹੀਂ ਤੁਸੀਂ ਮਹਿਸੂਸ ਕਰ ਸਕਦੇ ਵੀ ਹਾਂ ਇਹ ਵੀ ਹੋ ਸਕਦਾ ਹੈ। ਉਹ ਏਜੰਡੇ ਨਾਲ ਹੀ ਚੀਜ਼ਾਂ ਪਿੰਨ ਪੁਆਇੰਟ ਹੋਣਾ। ਜਦੋਂ ਤੁਹਾਨੂੰ ਹਾਈ ਕਮਾਂਡ ਕਹਿੰਦੀ ਹੈ ਕਿ ਹੁਣ ਚੁੱਪ ਕਰ ਜਾਓ ਤਾਂ ਬਦਲਾਂਗੇ, ਉਦੋਂ ਤੁਸੀਂ ਚੁੱਪ ਕਰ ਸਕਦੇ ਹੋ। ਜਦੋਂ ਹਾਈ ਕਮਾਂਡ ਉਂਗਲ ਲਾਉਂਦੀ ਹੈ ਅਮਰਿੰਦਰ ਖਰਾਬ ਬੋਲੋ, ਉਹਨਾਂ ਚਿਰ ਤੁਸੀਂ ਬੋਲਦੇ ਰਹਿੰਦੇ ਹੋ, ਤੇ ਉਦੋਂ ਬਾਅਦ ਤੁਸੀਂ ਚੁੱਪ ਕਰ ਜਾਂਦੇ ਹੋ ਬੜਾ ਲੰਮਾ ਸਮਾਂ, ਜਦੋਂ ਬਦਲਣ ਦੀ ਵਾਰੀ ਆਉਂਦੀ ਹੈ। ਐ ਕਿਸੇ ਦੀ ਗੇਮ ਤੇ ਖੇਡਣ ਨਾਲ ਨਹੀਂ ਨਾ ਤੁਹਾਡੀ ਪੋਲੀਟਿਕਸ ਉਸ ਲੈਵਲ ਦੀ ਹੁੰਦੀ। ਅੱਛਾ, ਹੁਣ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ, ਹੁਣ ਸਾਰੀਆਂ ਸਿਆਸੀ ਪਾਰਟੀਆਂ ਦੇ ਬਾਰੇ ਤੁਸੀਂ ਜ਼ਿਕਰ ਕੀਤਾ, ਆਮ ਆਦਮੀ ਪਾਰਟੀ, BJP ਹੋ ਗਈ, ਅਕਾਲੀ ਦਲ ਹੋ ਗਈ, ਤੁਸੀਂ ਕਹਿੰਦੇ ਸਾਰੀਆਂ ਦਿੱਲੀ ਤੋਂ ਚੱਲਦੀਆਂ ਨੇ। ਜਿਹੜੇ ਆਮ ਲੋਕ ਇੱਥੇ ਕਹਿੰਦੇ ਨੇ, ਜਾਂ ਆਮ ਲੋਕ ਅੱਜ ਵੀ ਦੇਖਦੇ ਪਿੰਡਾਂ ਵਿੱਚ ਧੜੇ ਬਣੇ ਹੋਏ ਨੇ, ਜਿਹੜੇ ਇੱਕ ਦੂਸਰੇ ਨੂੰ ਬੁਲਾਉਂਦੇ ਵੀ ਨਹੀਂ। ਜਦੋਂ ਸਰਪੰਚੀ ਦੀ ਚੋਣਾਂ ਆਉਂਦੀਆਂ, ਆਪਾਂ ਨੂੰ ਪਤਾ ਵੀ ਹਾਲ ਕੀ ਹੁੰਦਾ। ਹੁਣ ਲੋਕ ਕੀ ਇਹ ਚੀਜ਼ਾਂ ਨੂੰ ਸਮਝ ਲੈਣ, ਜਾਂ ਕਹਿੰਦੇ ਪੋਲਿਟਿਕਸ ਜੇ ਕਿਸੇ ਨੇ ਸਮਝ ਲਈ, ਫਿਰ ਰਾਜਨੀਤੀ ਕਾਹਦੀ ਹੋਈ? ਉਹ ਪੋਲਿਟਿਕਸ ਹੀ ਕਾਹਦਾ ਹੋਇਆ ਜੇ ਕਿਸੇ ਨੂੰ ਸਮਝ ਆ ਗਈ? ਫਿਰ ਇਹ ਲੋਕ ਚੀਜ਼ਾਂ ਸਮਝਦੇ ਨੇ, ਫਿਰ ਲੋਕ ਕੀ ਮਹਿਸੂਸ ਕਰਦੇ ਨੇ ਕਿ ਅਸੀਂ ਵਾਕਈ ਕਿਸੇ ਦੇ ਪਿੱਛੇ ਲੱਗ ਕੇ ਅਸੀਂ ਉਸ ਬੰਦੇ ਨਾਲ ਦੁਸ਼ਮਣੀ ਕਰ ਲੈਣੀ ਹੈ, ਉਹ ਸਰਪੰਚੀ ਦੀ ਵੋਟਾਂ ਹੈਗੀਆਂ, ਅਸੀਂ ਉਸ ਬੰਦੇ ਨੂੰ ਕੁੱਟ ਦੇਣਾ ਫੜ ਕੇ ਵੋਟਾਂ ਪਿੱਛੇ। ਇਹ ਲੋਕ ਸਮਝਦੇ ਨੇ ਕਿ ਲੋਕ ਵੀ ਸਰਪੰਚੀ ਦੀ ਚੋਣਾਂ ਪਿੱਛੇ ਸਰਪੰਚ ਬਣਨ ਖਾਤਰ ਇਹ ਚੀਜ਼ਾਂ ਕਰਦੇ ਨੇ।
ਇਹ ਲੋਕ ਹੀ ਸ਼ੁਰੂਆਤ ਕਰ ਸਕਦੇ ਨਾ। ਜੋ ਕੋਈ ਸੱਚਾ ਤੇ ਇਮਾਨਦਾਰੀ ਵਾਲੇ ਪਾਸੇ ਜਾਣਾ, ਲੋਕ ਸਵਾਲ ਕਰਨਗੇ ਤੇ ਸ਼ੁਰੂਆਤ ਸ਼ੁਰੂ ਹੋ ਜਾਏਗੀ ਉੱਥੋਂ ਦੀ। ਨਹੀਂ, ਲੋਕ ਇਹ ਕਰਦੇ ਨੇ, ਲੀਡਰ ਦਾ ਰੋਲ ਲੀਡਰ ਦਾ ਹੁੰਦਾ, ਲੋਕਾਂ ਦਾ ਲੋਕ ਹੁੰਦਾ। ਲੀਡਰ ਨੂੰ ਬਰੀ ਕਰਕੇ ਇਕੱਲੇ ਲੋਕ, ਫਿਰ ਤਾਂ ਲੋਕ ਹੀ ਲੀਡਰ ਬਣ ਜਾਂਦੇ ਆਪਣੇ ਆਪ ਹੀ। ਫਿਰ ਇਹ ਲੀਡਰ ਰਿਪਲੇਸ ਹੋ ਜਾਣਗੇ ਉਸੇ ਦਿਨ ਜਿੱਦਾਂ ਲੋਕ ਉਸ ਪੱਧਰ ਦੇ ਲੀਡਰ। ਲੋਕ ਸਵਾਲ ਪੁੱਛਦੇ ਨਾ ਜਾ ਕੇ। ਉਹ ਚੰਗੀ ਉਹ ਮੋਰਚੇ ਨੇ ਲਾਏ ਨੇ, ਉਹ ਇੱਕ ਜਾਗਰੂਕਤਾ ਨੇ ਲਾਏ ਨੇ, ਇੱਕ ਦਲੇਰੀ ਦਿੱਤੀ ਹੈ। ਇਹੀ ਕਿਸਾਨ ਅੰਦੋਲਨ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਉਹਨੇ ਇੱਕ ਤਾਂ ਲੋਕਾਂ ਦਾ ਡਰ ਦੂਰ ਕੀਤਾ ਵੀ ਕੁਝ ਨਹੀਂ ਹੁੰਦੇ ਲੀਡਰ, ਤੁਸੀਂ ਸਵਾਲ ਕਰੋ, ਤੁਹਾਡਾ ਕੱਖ ਨਹੀਂ ਵਿਗਾੜ ਸਕਦੇ। ਦੂਜੀ ਗੱਲ, ਉਹਨਾਂ ਦੇ ਸਾਹਮਣੇ ਇੱਕ ਜਾਗਰੂਕਤਾ ਲਈ ਸਵਾਲ ਖੜੇ ਕੀਤੇ ਨੇ ਕਿ ਆਹ ਬੇਸਿਕ ਸਵਾਲ ਨੇ, ਉਹਨਾਂ ਨੂੰ ਪੁੱਛੋ ਜਾ ਕੇ। ਜਿਹੜੇ ਹਾਰ ਲਈ ਖੜੇ ਹੁੰਦੇ ਸੀ, ਅੱਜ ਕੱਲ੍ਹ ਉਹ ਸਵਾਲ ਲਈ ਖੜੇ ਹੁੰਦੇ ਨੇ। ਇਹ ਇੱਕ ਫਰਕ ਸਾਡੇ ਸਾਹਮਣੇ ਦਿਖਾਈ ਦੇ ਰਿਹਾ। ਪਰ ਨਾਲ ਦੀ ਨਾਲ ਲੋਕ ਬੜੇ ਲੰਮੇ ਸਮੇਂ ਤੋਂ ਨਾ ਤਬਦੀਲੀ ਤਾਂ ਚਾਹੁੰਦੇ ਨੇ। ਉਹਨਾਂ ਨੂੰ ਇਹ ਤਾਂ ਪਤਾ ਲੱਗ ਰਿਹਾ ਕਿ ਇਹ ਪਾਰਟੀਆਂ ਕੋਲ ਕੁਝ ਨਹੀਂ ਹੈ। ਇਸੇ ਕਰਕੇ ਲੋਕਾਂ ਨੇ, ਜਦੋਂ ਕੇਜਰੀਵਾਲ ਨੇ ਕਿਹਾ, ਪਹਿਲਾਂ ਮਨਪ੍ਰੀਤ ਨੇ ਕਿਹਾ ਸੀ ਮੈਂ VIP ਕਲਚਰ ਖਤਮ ਕਰ ਦੂੰਗਾ, ਮੈਂ ਇਸ ਟਾਈਪ ਦੀ ਲਿਆਉਂਗਾ, PPP ਬਣੀ, ਹਜ਼ਾਰਾਂ ਨੌਜਵਾਨ ਉਹਦੇ ਨਾਲ ਜਾਣ ਲੱਗਿਆ। ਪਰ ਉਹ ਚਲਦੇ ਚਲਦੇ ਹੀ ਲੋਕਾਂ ਨੇ ਦੇਖਿਆ ਕਿ ਨਹੀਂ, ਇਹ ਨਹੀਂ ਚੱਲ ਸਕਦਾ ਇਸ ਪੱਧਰ ਤੇ। ਉਹਦੇ ਨਾਲ ਠੀਕ ਹੈ, ਵੋਟਾਂ 'ਚ 5% ਵੋਟ ਮਿਲੀ, ਪਰ ਜ਼ਿਆਦਾ ਨਹੀਂ ਮਿਲੀ। 5% ਵੀ ਹਾਲਾਂਕਿ ਹਰਾਉਣ ਜਿਤਾਉਣ ਲਈ ਕਾਫੀ ਹੁੰਦੀ ਹੈ। ਪਰ ਇਹਦੇ ਨਾਲ ਦੀ ਨਾਲ ਫਿਰ ਜਦੋਂ ਕੇਜਰੀਵਾਲ ਆਇਆ, ਕੇਜਰੀਵਾਲ ਨੇ ਲੋਕਾਂ ਨੂੰ ਇੱਕ ਗੱਲ ਦਿੱਤੀ, ਮੈਂ ਸਵਰਾਜ ਲਿਆਉਂਗਾ, ਅਸੀਂ ਝਾੜੂ ਮਾਰਨ ਵਾਲੇ ਨੂੰ ਵੀ ਮੈਂ ਕੈਂਡੀਡੇਟ ਖੜਾ ਕਰਾਂਗੇ, ਵਲੰਟੀਅਰ ਸਭ ਤੋਂ ਤਾਕਤਵਰ ਹੋਣਗੇ, ਹਾਈ ਕਮਾਂਡ ਕਲਚਰ ਹੋਊਗਾ ਹੀ ਨਹੀਂ। ਲੋਕਾਂ ਨੂੰ ਲੱਗਿਆ ਕੋਈ ਤਬਦੀਲੀ ਸੰਭਵ ਹੈ। ਤੇ ਲੋਕਾਂ ਨੇ ਤਾਂ ਸਾਰੀਆਂ ਪਾਰਟੀਆਂ ਨੂੰ ਰੱਦ ਕਰਕੇ ਪਹਿਲੀ 14 'ਚ ਹੀ ਆਪ ਦਾ ਇੱਥੇ ਲੱਲਾ ਕੱਖਾ ਕੋਈ ਨਹੀਂ, ਕੋਈ ਨਾਮਲੇਵਾ ਨਹੀਂ, ਕੋਈ ਪਾਰਟੀ ਨਹੀਂ, 4 MP ਜਿਤਾਏ। ਬਾਕੀ 4 ਹੋਰ ਨੇੜੇ ਤੇੜੇ ਲੱਗੇ ਸੀ, ਉਹ ਵੀ ਜਿੱਤਣ ਦੇ ਨੇੜੇ ਤੇੜੇ ਸੀ। ਫਿਰ 17 ਦੇ ਵਿੱਚ ਆਉਂਦੇ ਆਉਂਦੇ ਇਹਨੂੰ ਮੇਨ ਆਪੋਜੀਸ਼ਨ ਬਣਾਤਾ। ਘੱਟੋ ਘੱਟ ਨੂੰ ਤਾਂ ਲੋਕ ਜਿਤਾਉਣ ਦੇ ਤੱਕ ਜਾਂਦੇ ਸੀ, ਪਰ ਉਦੋਂ ਤੱਕ ਵੀ ਉਹ ਸੈਂਟਰਲਾਈਜੇਸ਼ਨ ਜਿਵੇਂ ਆਈ, ਜਿਹੜੀ ਇਹ ਖਾਸ ਸੀ, ਮੈਂ ਬਣ ਜਾ ਕੇਜਰੀਵਾਲ। ਬਾਹਰਲੇ ਬੰਦੇ ਨੂੰ ਪੰਜਾਬੀ ਕਿਉਂ ਚਾਹੂਗਾ ਕਿ ਤੂੰ ਚੀਫ ਮਿਨਿਸਟਰ ਬਣ ਜਾ ਮੇਰੇ? ਉਹ ਸੈਂਟੀਮੈਂਟ ਨੂੰ ਵੀ ਤਾਂ ਦੇਖਣਾ। ਸਾਰਾ ਕੁਝ ਦਿੱਲੀ ਤੋਂ ਇੱਥੇ ਲਾ ਕੇ ਦੁਰਗੇਸ਼ ਪਾਠਕ, ਸੰਜੇ ਸਿੰਘ, ਪੰਜਾਬੀਆਂ ਤੋਂ ਮਲਾਈ ਛਕੋ ਤੇ ਨਾਲੇ ਉਹਨਾਂ ਦੀ ਬੇਇੱਜ਼ਤੀ ਕਰੋ। ਇਹ ਜਿਹੜਾ ਕਲਚਰ ਸੀ ਉਹਨੇ ਖਰਾਬ ਕੀਤਾ ਨਾ ਸਾਰਾ। ਹੁਣ ਦੁਬਾਰਾ ਫਿਰ ਪੰਜਾਬ 'ਚ ਉਹੀ ਗਲਤੀ ਫਿਰ ਹੋ ਰਹੀ ਹੈ। ਹੁਣ ਰਾਘਵ ਚੱਡੇ ਹੋਣੀ ਆ ਗਏ ਤੇ ਜਰਨੈਲ ਸਿੰਘ ਦਿੱਲੀ ਤੋਂ, ਤੇ ਤੁਹਾਡੇ ਮਤਲਬ ਤੁਸੀਂ ਆਪਦੇ ਉਹ ਬੰਦੇ ਭੇਜਦੇ ਹੋ ਜਿਹੜੇ ਹੇਠਾਂ ਕੰਟਰੋਲ ਕਰਨਗੇ। ਤੁਸੀਂ ਇੱਥੇ ਵਾਲੇ ਬੰਦਿਆਂ ਤੇ ਯਕੀਨ ਹੀ ਨਹੀਂ ਕਰਦੇ, ਜਿਹੜੀਆਂ ਚੀਜ਼ਾਂ ਉਹ ਕਰਦੇ ਹੋ। ਲੋਕਾਂ ਨੇ ਬਦਲਿਆ ਬਾਰ-ਬਾਰ, ਪਰ ਲੋਕਾਂ ਨੂੰ ਬਦਲ ਕੇ ਵੀ ਨਿਰਾਸ਼ਾ ਹੋਈ ਮੁੜ ਕੇ ਬਾਅਦ। ਹੁਣ ਕਿਸਾਨ ਅੰਦੋਲਨ ਦੇ ਵਿੱਚੋਂ ਵੀ ਲੋਕ ਇਹੀ ਉਮੀਦ ਇਸੇ ਕਰਕੇ ਦੇਖਦੇ ਨੇ। ਬਹੁਤ ਲੋਕਾਂ ਦੀ ਇਹ ਉਮੀਦ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ, ਜਦੋਂ ਤੁਸੀਂ ਜਾਓਗੇ, ਕਿ ਜੇ ਯਾਰ ਇਹੀ ਕੋਈ ਫੋਰਮ ਬਣਾ ਕੇ ਆ ਜਾਣ ਤਾਂ ਸਾਡੇ ਕੋਲ ਬਦਲ ਤਾਂ ਹੋਵੇ, ਘੱਟੋ ਘੱਟ ਅਸੀਂ ਆਪ ਤਾਂ ਆਪਦੇ ਕਿਸੇ ਬੰਦੇ ਨੂੰ ਵੋਟਾਂ ਪਾ ਲਈਏ। ਇਹ ਖਾਹਿਸ਼ ਹੈ ਲੋਕਾਂ ਦੀ। ਇਹ ਕਿਸਾਨ ਅੰਦੋਲਨ ਸਭ ਤੋਂ ਔਖਾ ਸਵਾਲ ਇਹੀ ਹੈ। ਜਿਹੜੀਆਂ 32 ਜਥੇਬੰਦੀਆਂ ਪੰਜਾਬ ਦੀਆਂ ਨੇ, ਜੇ ਅਣਸੁਲਝਿਆ ਸਭ ਤੋਂ ਔਖਾ ਸਵਾਲ ਹੈ, ਅੰਦੋਲਨ ਕਰਨਾ ਨਹੀਂ ਹੈ। ਹੁਣ 4 ਸੂਬਿਆਂ ਦੇ ਵਿੱਚ ਤਾਂ ਉਹਨਾਂ ਦੇ ਸੌਖਾ ਸਵਾਲ ਆ ਗਿਆ ਕਿ ਉੱਥੇ BJP ਆ, ਉੱਥੇ ਕਿਹਾ ਵੀ ਆਪਾਂ BJP ਨੂੰ ਹਰਾਉਣ ਲਈ ਪ੍ਰਚਾਰ ਕਰਾਂਗੇ। UP 'ਚ ਮਹਾਪੰਚਾਇਤਾਂ ਹੋ ਰਹੀਆਂ ਨੇ, ਉੱਤਰਾਖੰਡ 'ਚ ਹੋ ਰਹੀਆਂ ਨੇ ਕਿ ਆਪਾਂ ਹਰਾਵਾਂਗੇ ਜੀ BJP। ਪੰਜਾਬ ਦਾ ਔਖਾ ਸਵਾਲ ਤਾਂ ਹੈ ਕਿ ਉਹ BJP ਇੱਥੇ ਤੇਰਾ ਹੈ ਹੀ ਨਹੀਂ, ਕਿਤੇ ਦੂਜੀਆਂ 3 ਰਾਣਾ ਕਿਹਨੂੰ ਹੈ? ਹਾਂ, ਰਾਣਾ ਕਿਹਨੂੰ ਹੈ? ਵੀ ਰਾਣਾ ਕਿਹਨੂੰ ਹੈ ਤੇ ਕਿਹਨੂੰ ਜਿਤਾਉਣਾ ਹੈ, ਇਹਦੇ ਲਈ ਕੀ ਕਰਨ, ਕਿਹਨੂੰ ਕਹਿਣਗੇ? ਮਤਲਬ ਇਹ ਸਭ ਤੋਂ ਔਖੇ ਸਵਾਲ ਨਾਲ ਜੂਝ ਰਹੀਆਂ ਪੰਜਾਬ ਦੀਆਂ 32 ਜਥੇਬੰਦੀਆਂ ਨੇ। ਇਹਦਾ ਕੋਈ ਨਾ ਕੋਈ ਲੋਕਾਂ ਨੂੰ ਜਵਾਬ ਜ਼ਰੂਰ ਦੇਣਾ ਪਏਗਾ ਮੋਰਚੇ ਨੂੰ ਵੀ, ਕਿਉਂਕਿ ਲੋਕਾਂ ਦੀ ਉੱਥੋਂ ਉਮੀਦ ਬਣ ਗਈ ਹੈ ਬਹੁਤ ਵੱਡੀ ਕਿ ਉਹ ਕੋਈ ਫੋਰਮ ਨਿਕਲਦਾ ਜਾਂ ਫਿਰ ਕਿਸ ਤਰੀਕੇ ਦਾ ਉਹਨਾਂ ਨੂੰ ਕਹਿਣਗੇ। ਵੈਸੇ ਤਾਂ ਸਵਾਲ ਭੇਜ ਦੇਣ ਲੋਕਾਂ ਨੂੰ ਜਾਂ ਬਾਕੀ ਚੀਜ਼ਾਂ, ਕਿਹਾ ਸਵਾਲ ਤਾਂ ਸਭ ਤੋਂ ਪੁੱਛੋ। ਮੰਨ ਲਓ ਸਵਾਲ ਵੀ ਸਭ ਤੋਂ ਪੁੱਛ ਲਏ, ਸਭ ਨੂੰ ਪੁੱਛਿਆ ਫੈਡਰਲਿਜ਼ਮ ਤੇ ਸਾਰੀਆਂ ਫੇਲ ਨੇ, ਸਭ ਨੂੰ ਪੁੱਛਿਆ ਇੰਪਾਵਰਮੈਂਟ ਆਫ ਪੀਪਲ ਤੇ ਸਾਰੀਆਂ ਫੇਲ ਨੇ, ਕੁਝ ਮੁੱਦਿਆਂ ਤੇ ਤਾਂ ਸਾਰੀਆਂ ਫੇਲ ਨੇ ਨਾ। ਫਿਰ ਗਵਰਨੈਂਸ ਤੇ ਮਾੜਾ ਮੋਟਾ ਫਰਕ ਪਾ ਲਓਗੇ ਤੁਸੀਂ ਕਿ ਗਵਰਨੈਂਸ ਆ ਇੰਨਾ ਕੁ ਠੀਕ ਕਰ ਦੂਗਾ, ਇੰਨਾ ਕੁ ਠੀਕ ਕਰ ਦੂ, ਜਾਂ ਤਾਂ ਉਹਨਾਂ 'ਚੋਂ ਹੀ ਕਿਤੇ ਜਾਣਗੇ ਲੋਕ। ਜੇ ਕੋਈ ਫੋਰਮ ਵਗੈਰਾ ਆਉਂਦਾ, ਜੇ ਕੋਈ ਸੈਪਰੇਟ ਧਿਰ ਆਉਂਦੀ ਹੈ ਤਾਂ ਲੋਕਾਂ ਲਈ ਇੱਕ ਹੋਰ ਆਪਸ਼ਨ ਹੋ ਜਾਏਗੀ। ਨਾ ਹੋਰ ਆਪਸ਼ਨ ਆਈ ਤਾਂ ਜਿਹੜੇ ਪਲੇਅਰ ਮੈਦਾਨ 'ਚ ਨੇ ਉਹਨਾਂ 'ਚੋਂ ਪਾਉਣਗੇ ਨਾ ਵੋਟ ਤਾਂ ਕਿਸੇ ਨੂੰ, ਹੋਰ ਕਿਹਨੂੰ ਪਾਉਣਗੇ? ਅੱਛਾ, ਵੈਸੇ ਇੱਕ ਆਖਰੀ ਸਵਾਲ ਹੈ ਕਿ ਚਲੋ ਆਪਾਂ ਮੰਨ ਲੈਂਦੇ ਵੀ ਕਿਸਾਨੀ ਪਾਰਟੀ ਆ ਜਾਂਦੀ, ਕਿਸਾਨ 'ਚੋਂ ਪਾਰਟੀ ਨਿਕਲ ਜਾਂਦੀ ਹੈ, ਜੇ ਜਿੱਤ ਵੀ ਜਾਂਦੇ ਨੇ, ਵਿਧਾਨ ਸਭਾ 'ਚ ਵੀ ਪਹੁੰਚ ਗਏ, ਉਸ ਤੋਂ ਬਾਅਦ ਜਿਹੜੇ ਕਾਨੂੰਨ ਅੱਜ ਬਣਦੇ ਪਏ ਨੇ ਕੀ ਇਹਨਾਂ ਨੂੰ ਰੋਕ ਲੈਣਗੇ? ਸਵਾਲ ਤਾਂ ਫਿਰ ਉੱਥੇ ਆ ਕੇ ਖੜ ਜੂਗਾ ਨਾ। ਜੋ ਸੈਂਟਰ ਕਰ ਰਹੀ ਹੈ, ਵਿਧਾਨ ਸਭਾ ਵਿੱਚ ਕਿਸਾਨ ਬੈਠ ਵੀ ਜਾਂਦਾ, ਕੀ ਇਹ ਚੀਜ਼ਾਂ ਨੂੰ ਠੱਲ ਪਾਈ ਜਾ ਸਕਦੀ ਹੈ? ਜੋ ਸੈਂਟਰ ਕਰ ਰਿਹਾ, ਸਭ ਕੁਝ ਤਾਂ ਸੈਂਟਰ ਕੋਲ ਚਲਾ ਗਿਆ ਨਾ, ਹੈਲਥ, ਐਜੂਕੇਸ਼ਨ, ਸਭ ਕੁਝ ਤਾਂ ਚਲਾ ਗਿਆ ਉਹਨਾਂ ਕੋਲ। ਸਭ ਕੁਝ ਨਹੀਂ, ਬਹੁਤ ਕੁਝ ਚਲਾ ਗਿਆ, ਔਰ ਜਿਹੜਾ ਲਗਾਤਾਰ ਜਾ ਰਿਹਾ, ਜੇ ਤੁਸੀਂ ਸਟੈਂਡ ਨਹੀਂ ਲਓਗੇ ਹੋਰ ਜ਼ਿਆਦਾ ਚਲਾ ਜਾਊਗਾ। ਉਹਦੇ ਨਾਲ ਤਾਂ ਲੜਾਈ ਲੜਨੀ ਪਏਗੀ। ਉਹਦੇ ਲਈ ਤਾਂ ਦੇਸ਼ 'ਚ ਇੱਕ ਫੈਡਰਲ ਫਰੰਟ ਬਣਾਉਣਾ ਪਏਗਾ, ਜਿਵੇਂ ਮਮਤਾ ਲੜ ਰਹੀ ਹੈ, ਜਿਵੇਂ ਤਾਮਿਲਨਾਡੂ ਵਾਲਾ ਲੜ ਰਿਹਾ ਹੈ, ਜਿਵੇਂ ਮਹਾਰਾਸ਼ਟਰ ਵਾਲੀ ਸਰਕਾਰ ਵੀ ਕਹਿ ਰਹੀ ਹੈ। ਇੱਕ ਜਿਹੜੀ ਸੂਬੇ ਦੀ ਸਰਕਾਰ ਹੋਏਗੀ, ਸਰਕਾਰ ਨਾਲ ਹੋਰ ਮਜ਼ਬੂਤ ਹੋ ਜਾਏਗਾ ਨਾ ਕੰਮ, ਜੇ ਉਸ ਅਪਰੋਚ ਦੀ ਸਰਕਾਰ ਆਉਂਦੀ ਹੈ। ਜਿਵੇਂ ਮਮਤਾ ਨੇ BJP ਬਾਹਣੀ ਪਾਈ ਪਈ ਹੈ ਨਾ ਆਪਣੀ ਸਟੇਟ 'ਚ, ਤਾਂ ਜੇ ਇਹੋ ਜਿਹੀਆਂ 10 ਵੱਡੀਆਂ ਸਟੇਟਾਂ ਰਲ ਕੇ ਇੱਕ ਐਜ ਏ ਸਟੇਟ ਵੀ ਲੜਦੀਆਂ ਨੇ ਕੇਂਦਰ ਦੇ ਨਾਲ,
ਤਾਂ ਪਾਰਲੀਮੈਂਟ ਦੇ ਵਿੱਚ ਵੀ ਤਬਦੀਲੀ ਆਏਗੀ ਤੇ ਪੋਲਿਟਿਕਸ ਦੇ ਮਾਈਂਡ ਸੈੱਟ 'ਚ ਵੀ ਤਬਦੀਲੀ ਆਏਗੀ। ਉਹਦੇ ਲਈ ਦੇਸ਼ ਵਿਆਪੀ ਮੁਹਿੰਮ ਦੀ ਲੋੜ ਹੈ। ਪਰ ਜੇ ਅਸੈਂਬਲੀ ਦੇ ਵਿੱਚ ਆ ਜਾਂਦੀ ਆ ਕੋਈ ਇਹ ਧਿਰ ਤਾਂ 73ਵੀਂ ਸੋਧ ਲਾਗੂ ਕਰਨ ਤੋਂ ਤਾਂ ਕੋਈ ਨਹੀਂ ਰੋਕਦਾ। ਇਹ ਤਾਂ ਸੂਬੇ ਸਰਕਾਰ ਦਾ ਆਪਣਾ ਦਾਇਰਾ ਹੈ। 74ਵੀਂ ਸੋਧ ਲਾਗੂ ਕਰਨ ਤੋਂ ਕੋਈ ਨਹੀਂ ਰੋਕਦਾ। ਇਹ ਤਾਂ ਆਪਣਾ ਦਾਇਰਾ ਹੈ, ਇਹ ਕਿਤੇ ਨਹੀਂ ਜਾਣਾ। ਨੇਬਰਹੁੱਡ ਸਕੂਲ ਤੁਸੀਂ ਬਣਾਓਗੇ ਤੇ ਨੇਬਰਹੁੱਡ ਸਕੂਲ ਬਣਾ ਕੇ ਕੁਝ ਗੱਲ ਕਰੋ ਕਿ ਵਿਦਿਆ 'ਚ ਅਸੀਂ ਆਹ ਸੁਧਾਰ ਕਰਨੇ ਨੇ, ਆਪਣੇ ਲੈਵਲ ਤੇ ਵੀ ਜੋ ਕਰ ਸਕਦੇ ਹੋ ਉਹ ਤਾਂ ਤੁਸੀਂ ਕਰ ਹੀ ਸਕਦੇ ਹੋ। ਉਹ ਤਾਂ ਕੋਈ ਬੜੀ ਗੱਲ ਨਹੀਂ ਕਿ ਉਸ ਪੱਧਰ ਦੇ ਉੱਤੇ ਲਾਓਗੇ। ਤੁਸੀਂ ਹਲਕਾ ਇੰਚਾਰਜ ਸਿਸਟਮ ਖਤਮ ਕਰ ਸਕਦੇ ਹੋ ਕਿ ਉਹਦੇ ਥਰੂ ਹੀ ਜਾਣਾ ਹੈ, ਪ੍ਰਸ਼ਾਸਨ ਨੇ ਕੰਮ ਹੀ ਨਹੀਂ ਕਰਨਾ ਐਡਮਿਨਿਸਟ੍ਰੇਸ਼ਨ ਦੇ ਐਂਗਲ ਤੋਂ। ਤੇ ਜੇ ਤੁਸੀਂ ਵਾਜਬ ਕਰੋਗੇ ਤਾਂ ਉਹਨਾਂ ਤਾਂ ਤੁਸੀਂ ਆਪਣੇ ਤਰੀਕੇ ਨਾਲ ਕਰ ਹੀ ਸਕਦੇ ਹੋ। ਮਤਲਬ ਕਿੰਨੀਆਂ ਹੀ ਚੀਜ਼ਾਂ ਐਸੀਆਂ ਨੇ। ਇਸੇ ਤਰ੍ਹਾਂ ਜਿਹੜੇ ਰੁਜ਼ਗਾਰ ਦੇ ਪਹਿਲੂ ਨੇ ਜਿਹੜੇ ਤੁਸੀਂ ਕਰ ਸਕਦੇ ਹੋ, ਜਿਵੇਂ ਮਨਰੇਗਾ 'ਚ ਵੀ ਆਪਾਂ ਪਹਿਲਾਂ ਗੱਲ ਕੀਤੀ, ਇਹ ਤਾਂ ਕੇਂਦਰ ਦੇ ਕੋਈ ਬਹੁਤ ਵੱਡਾ ਸਵਾਲ ਨਹੀਂ, ਤੁਸੀਂ ਆਪਣੇ ਤਰੀਕੇ ਨਾਲ ਕਰਨਾ ਹੈ। ਇੰਨੇ ਲੋਕਾਂ ਨੂੰ ਤਾਂ ਰੁਜ਼ਗਾਰ ਦੇ ਹੀ ਸਕਦੇ ਹੋ। ਤੇ ਜਿਹੜੀਆਂ ਚੀਜ਼ਾਂ ਤੁਸੀਂ ਇੱਥੇ ਹੀ ਕਰ ਸਕਦੇ ਹੋ ਇਹ ਤਾਂ ਉਹ ਵੀ ਨਹੀਂ ਕਰਦੀਆਂ ਨਾ ਜਿਹੜੀਆਂ ਪਾਰਟੀਆਂ ਨੇ। ਇੰਨਾ ਵੀ ਕਰੋਗੇ ਤਾਂ ਇਹਦੇ ਨਾਲ ਇੱਕ ਤਾਂ ਫਾਇਦਾ ਮਿਲਣਾ ਸਟਾਰਟ ਹੋ ਜਾਏਗਾ ਤੇ ਉਹਦੇ ਲਈ ਲੜਾਈ ਲੜਨੀ ਪਏਗੀ। ਜਿਹੜਾ ਫੈਡਰਲਿਜ਼ਮ ਲਈ ਤਾਂ ਲੜਾਈ ਲੜਨੀ ਪਏਗੀ, ਸੰਵਿਧਾਨਕ ਤਬਦੀਲੀ ਦੀ ਲੜਾਈ ਲੜਨੀ ਪਏਗੀ। ਤੇ ਉਹ ਤਬਦੀਲੀ ਵਾਸਤੇ ਜਦੋਂ ਲੋਕਾਂ ਦੀ ਮੂਵਮੈਂਟ ਤੇ ਸਰਕਾਰ ਇਕੱਠੀਆਂ ਹੋ ਜਾਣਗੀਆਂ ਤਾਂ ਤਾਕਤ ਕਈ ਗੁਣਾ ਜ਼ਿਆਦਾ ਵੱਧ ਜਾਂਦੀ ਹੈ। ਜਦੋਂ ਚੀਫ ਮਿਨਿਸਟਰ ਵੀ ਪ੍ਰਾਈਮ ਮਿਨਿਸਟਰ ਦੇ ਧਰਨਾ ਦੇਣ ਲਈ ਤਿਆਰ ਹੋਊਗਾ ਜਾ ਕੇ ਸਾਰੇ ਐਮਐਲਏਆਂ ਨੂੰ ਤੇ ਸਭ ਨੂੰ ਨਾਲ ਲਿਜਾ ਕੇ, ਤਾਂ ਹੋਰ ਤਰ੍ਹਾਂ ਦਾ ਮਾਹੌਲ। ਕੈਪਟਨ ਸਾਹਿਬ ਨੇ ਦਿੱਤਾ ਸੀ ਇੱਕ ਵਾਰੀ, ਉਦੋਂ ਵਾਜਪਾਈ ਗਵਰਨਮੈਂਟ ਵੇਲੇ ਇੱਕ ਵਾਰੀ ਦਿੱਤਾ ਸੀ, ਪਰ ਹੁਣ ਵੀ ਕੀ ਪ੍ਰੋਬਲਮ ਸੀ? ਹੁਣ ਕਿਉਂ ਨਹੀਂ ਦੇ ਸਕਦੇ ਚੀਫ ਮਿਨਿਸਟਰ? ਜਿਹੜੀਆਂ ਵਿਧਾਨ ਸਭਾਵਾਂ ਨੇ ਉਹਨਾਂ ਕਾਨੂੰਨਾਂ ਦੇ ਖਿਲਾਫ ਮਤੇ ਪਾਏ ਨੇ ਜਾਂ ਆਪਣੇ ਕਾਨੂੰਨ ਬਣਾਏ ਨੇ, ਉਹਨਾਂ ਦੇ ਮੁਖੀ ਸਾਰੇ ਐਮਐਲਏਆਂ ਨੂੰ ਲਿਜਾ ਕੇ ਇੱਕ ਦਿਨ ਚੀਫ ਮਿਨਿਸਟਰ ਦੇ ਪ੍ਰਾਈਮ ਮਿਨਿਸਟਰ ਦੇ ਧਰਨਾ ਕਿਉਂ ਨਹੀਂ ਦੇ ਸਕਦੇ? ਚਾਹੇ ਉਹ ਦਿੱਲੀ ਵਾਲੇ ਹੋਣ, ਕੇਜਰੀਵਾਲ ਵੀ ਜਾਵੇ ਉਹਦੇ 'ਚ ਧਰਨਾ ਦੇਣ, ਚਾਹੇ ਉਹ ਪੰਜਾਬ ਵਾਲੇ ਹੋਣ, ਚਾਹੇ ਉਹ ਰਾਜਸਥਾਨ ਵਾਲੇ ਹੋਣ, ਚਾਹੇ ਉਹ ਛੱਤੀਸਗੜ੍ਹ ਵਾਲੇ ਹੋਣ, ਚਾਹੇ ਉਹ ਤਾਮਿਲਨਾਡੂ ਵਾਲੇ ਹੋਣ, ਚਾਹੇ ਉਹ ਬੰਗਾਲ ਵਾਲੇ ਹੋਣ। ਕਿੰਨੀਆਂ ਸਟੇਟਾਂ ਦੇ ਚੀਫ ਮਿਨਿਸਟਰ ਹੋ ਜਾਣਗੇ, ਮਜਮਾ ਲੱਗ ਜੂ। ਇੰਟਰਨੈਸ਼ਨਲੀ ਘੱਟੋ ਘੱਟ ਇੱਕ ਐਕਸਪੋਜਰ ਹੋਊ ਕਿ ਗਵਰਨਮੈਂਟ ਆਫ ਇੰਡੀਆ ਕੀ ਕਰ ਰਹੀ ਹੈ। ਚੁਣੇ ਹੋਏ ਲੀਡਰ ਧਰਨਾ ਦੇ ਰਹੇ ਨੇ ਐਜ ਏ ਮੁੱਖ ਮੰਤਰੀ ਆਪਣੇ ਐਮਐਲਏਆਂ ਦੇ ਨਾਲ। ਕਿੰਨਾ ਜ਼ਿਆਦਾ ਸਟਰੋਂਗ ਮੈਸੇਜ ਜਾਊਗਾ ਫੈਡਰਲਿਜ਼ਮ ਦੇ ਪੱਖ ਦੇ ਵਿੱਚ। ਇਹ ਕਰਨ 'ਚ ਤਾਂ ਕੋਈ ਨਹੀਂ ਰੋਕਦਾ, ਇਹ ਤਾਂ ਦੇਸ਼ ਦਾ ਸੰਵਿਧਾਨ ਵੀ ਇਜਾਜ਼ਤ ਦਿੰਦਾ, ਪਰ ਨਹੀਂ ਕਰਨਗੇ ਕਿਉਂਕਿ ਮਾਡਲ ਦੇ ਪੱਖ ਤੋਂ ਵਖਰੇਵਾ ਨਹੀਂ ਹੈ ਇਹਨਾਂ ਦੇ ਵਿੱਚ। ਔਰ ਈਵਨ ਜੇ ਆਪਣੀ ਵੋਟ ਲੈਣ ਦੇ ਪੱਖ ਤੋਂ ਹੀ ਕਰ ਲਓ ਤਾਂ ਵੀ ਚੰਗਾ ਹੋਵੇਗਾ। ਫੈਡਰਲਿਜ਼ਮ ਦੇ ਪੱਖ ਤੋਂ ਹੀ ਕਰ ਲਓ, ਮਾਡਲ ਤਾਂ ਛੱਡੋ, ਤਾਂ ਵੀ ਫਾਇਦਾ ਹੋਏਗਾ ਜੇ ਪਹਿਲ ਕਦਮੀ ਲੈ ਲੈਣ। ਮੈਨੂੰ ਤਾਂ ਲੱਗਦਾ ਨਵੇਂ ਬਣੇ ਨੇ ਚਰਨਜੀਤ ਸਿੰਘ ਚੰਨੀਓ ਇਹ ਸ਼ੇਰਾ ਲੈ ਲੈਣ ਘੱਟੋ ਘੱਟ, ਬਾਕੀ ਚੀਫ ਮਿਨਿਸਟਰ ਨਾਲ ਰਾਬਤਾ ਕਰਕੇ। ਇੱਧਰ ਉੱਧਰ ਮਮਤਾ ਪਹਿਲਾਂ ਹੀ ਤਿਆਰ ਹੈ, ਮਮਤਾ ਨੇ ਤਾਂ ਸਾਰਿਆਂ ਨਾਲ ਤਾਲਮੇਲ ਕੀਤਾ ਉਸ ਪੱਧਰ ਦੇ ਉੱਤੇ, ਤਾਂ ਇੱਕ ਗੱਲ ਅੱਗੇ ਵਧੂਗੀ ਉਸ ਮਾਹੌਲ ਦੇ ਵਿੱਚ। ਇਹ ਸਾਰੀ ਗੱਲ ਬਸ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਹਮੀਦ ਸਿੰਘ। ਪੰਜਾਬ ਦੇ ਏਜੰਡੇ ਦੀ ਗੱਲ ਕਰੀਏ, ਤੁਹਾਨੂੰ ਲਗਾਤਾਰ ਹੀ ਕੋਸ਼ਿਸ਼ ਇਹੀ ਕਰਾਂਗੇ ਵੀ ਅਲੱਗ-ਅਲੱਗ ਬੁੱਧੀਜੀਵਾਂ ਜਾਂ ਅਲੱਗ-ਅਲੱਗ ਪੱਤਰਕਾਰਾਂ ਨਾਲ ਜੋ ਇਸ ਚੀਜ਼ ਉੱਤੇ ਪਕੜ ਰੱਖਦੇ ਨੇ ਤੁਹਾਡੀ ਮੁਲਾਕਾਤ ਕਰਵਾ ਸਕੀਏ। ਪੰਜਾਬ ਦੇ ਏਜੰਡੇ ਦੀ ਗੱਲ ਹੁੰਦੀ ਹੈ, ਗੱਲ ਸੈਂਟਰ ਦੀ ਵੀ ਹੁੰਦੀ ਹੈ ਤੇ ਗੱਲ ਖੇਤਰੀ ਪਾਰਟੀ ਦੀ ਵੀ ਹੁੰਦੀ ਹੈ। ਜੋ ਖੇਤਰੀ ਪਾਰਟੀ ਪੰਜਾਬ ਦੇ ਵਿੱਚ ਹੈ, ਜੇ ਸਭ ਕੁਝ ਕਰਨਾ ਹੀ ਸੈਂਟਰ ਸਰਕਾਰ ਨੇ, ਦਿੱਲੀ ਦਰਬਾਰ ਨਹੀਂ ਕਰਨਾ, ਫਿਰ ਇੱਥੇ ਦੇ ਪਾਰਟੀਆਂ ਦਾ ਮਾਇਨੇ ਕੀ ਨੇ? ਜੇ ਚੰਨੀ ਸਾਹਿਬ ਇੱਕ ਵਾਰੀ ਜਾ ਕੇ ਕੈਬਨਿਟ ਦੇ ਮਿਨਿਸਟਰਾਂ ਦੀ ਸੂਚੀ ਲੈ ਆਉਂਦੇ ਨੇ, ਦੁਬਾਰਾ ਫਿਰ ਫੋਨ ਆ ਜਾਂਦਾ ਵੀ ਨਹੀਂ ਵਾਪਸ ਆਓ, ਇਹਦਾ ਮਤਲਬ ਕਿ ਚੀਫ ਮਿਨਿਸਟਰ ਸਿਰਫ ਇੱਕ ਚਿਹਰਾ ਹੀ ਹੈ, ਪਿੱਛੇ ਚਲਾ ਦਿੱਲੀ ਦੀ ਇਹਨੂੰ। ਇਹ ਸਵਾਲ ਨੇ, ਸਵਾਲ ਤੁਸੀਂ ਵੀ ਕਰਨੇ ਨੇ। ਜੇ ਤੁਹਾਡੇ ਇਲਾਕੇ ਵਿੱਚ ਕੋਈ ਵੀ ਲੀਡਰ ਆਉਂਦਾ, ਪੁੱਛਿਆ ਕਰੋ ਵੀ ਤੁਸੀਂ ਸਾਡੇ ਲਈ ਕੀਤਾ ਕੀ ਹੈ। ਹਾਰ ਦੀ ਜਗ੍ਹਾ ਦੇ ਉੱਤੇ ਜੇ ਸਵਾਲ ਆਉਣਗੇ ਤਾਂ ਤੁਹਾਡਾ ਭਵਿੱਖ ਵੀ ਆਉਣ ਵਾਲੇ ਸਮੇਂ ਵਿੱਚ ਸਹੀ ਹੋਊਗਾ।